ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਲ ਸਿਟੀ, 96.5 FM ਜੁਬਲ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ ਅਤੇ 104.5 FM ਫ੍ਰਿਜ਼ਨੋ, 1350 AM ਬੇਕਰਸਫੀਲਡ। ਨਾਲ ਦੀ ਨਾਲ ਘਰਾਂ ਦੇ ਵਿੱਚ ਜਿਹੜੇ ਤੁਸੀਂ ਰੇਡੀਓ ਸੈਟਸ 'ਤੇ ਸੁਣ ਰਹੇ ਹੋ, ਸੈਨੋਜ਼ੇ, ਵਰਕਲੇ, ਸਟਾਕਟਨ, ਟ੍ਰੇਸੀ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 19 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਲਾਈਫ ਹੈਲਥ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ। ਨੰਬਰ 408 272 2500 4082722500 ਦੇ ਉੱਤੇ। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਸਭ ਤੋਂ ਪਹਿਲੀ ਖਬਰ ਆ, ਕੱਲ੍ਹ ਸ਼ਾਮੀ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਨੇ ਆਪਣੀ 2020 ਦੀ ਜਿਹੜੀ ਕਿੱਕ ਆਫ ਈਵੈਂਟ ਆ ਉਹ ਸ਼ੁਰੂ ਕੀਤੀ। 20,000 ਦੇ ਕਰੀਬ ਉਸ ਅਰੀਨਾ ਦੇ ਵਿੱਚ ਕਹਿੰਦੇ ਲੋਕ ਇਕੱਠੇ ਹੋਏ ਸੀ। ਸੋ ਉਹਦੇ ਵਿੱਚ ਉਹਨਾਂ ਨੇ ਕੁਛ ਕੁ ਜਿਹੜੇ ਆਪਣੇ ਮੁੱਦੇ ਇਕੋਨਮੀ ਦੇ ਉੱਤੇ ਫੋਕਸ ਰੱਖਿਆ ਅਤੇ ਇਮੀਗ੍ਰੇਸ਼ਨ ਦਾ ਜਿਹੜਾ ਮੁੱਦਾ ਮੇਨ ਰੱਖਿਆ, ਅਤੇ ਨਾਲ ਦੀ ਨਾਲ ਜਿਹੜੇ ਆਪਣੇ ਵਿਰੋਧੀ ਆ ਉਹਨਾਂ ਦੇ ਉੱਤੇ ਵੀ ਪੂਰਾ ਤਵਾ ਲਾ ਰੱਖਿਆ ਜੀ। ਸੋ ਦੇਖਦੇ ਹਾਂ 2020 ਦੇ ਵਿੱਚ ਇਹਨਾਂ ਦੇ ਸਾਹਮਣੇ ਡੈਮੋਕ੍ਰੇਟ ਪਾਰਟੀ ਦੇ ਵੱਲੋਂ ਕਿਹੜਾ ਜਿਹੜਾ ਆ ਉਹ ਨੋਮੀਨੀ ਆਊਗਾ। ਉਹਨਾਂ ਦੀ ਵੀ ਜਿਹੜੀ ਆ ਉਹ ਕੈਂਡੀਡੇਟਸ ਦੀ ਜਿਹੜਾ ਮੈਦਾਨ ਆ ਪੂਰਾ ਖਚਾ ਖਚ ਭਰਿਆ ਪਿਆ ਆ। 23 ਦੇ ਤਕਰੀਬਨ ਜਿਹੜੇ ਕੈਂਡੀਡੇਟਸ ਆ ਉਹਨਾਂ ਨੇ ਆਪਣੇ ਵੱਲੋਂ ਐਲਾਨ ਕੀਤਾ ਹੋਇਆ ਆ। ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਕੀ ਆਊਗਾ। ਪਿਛਲੇ ਦਿਨਾਂ ਦੇ ਵਿੱਚ ਇੱਕ ਫੌਕਸ ਦੀ ਹੀ ਇੱਕ ਪੋਲ ਦੇ ਵਿੱਚ ਜੋ ਬਾਈਡਨ, ਬਰਨੀ ਸੈਂਡਰਸ, ਵਾਰਨ, ਐਲਿਜ਼ਾਬੈਥ ਵਾਰਨ, ਸਾਰਿਆਂ ਤੋਂ ਉਹਨਾਂ ਨੂੰ ਕਈ ਪੁਆਇੰਟ ਜਿਹੜਾ ਪਿੱਛੇ ਜਿਹੜਾ ਉਹ ਦਿਖਾਇਆ ਗਿਆ ਸੀਗਾ। ਪਰ ਆਪਾਂ ਪਿਛਲੇ ਦੀ ਵੀ ਦੇਖਿਆ ਵੀ ਕਈ ਵਾਰੀ ਜਿਹੜੇ ਪੁਆਇੰਟਸ ਆ ਉਹ ਇਨ ਦੀ ਐਂਡ ਜਿਹੜੇ ਉਹ ਮੈਟਰ ਨਹੀਂ ਕਰਦੇ। ਤੁਸੀਂ ਚਾਹੇ ਕਈ ਪੋਲਾਂ ਦੇ ਵਿੱਚ ਅੱਗੇ ਵੀ ਹੋਵੋ ਅਤੇ ਅਖੀਰ 'ਚ ਜਿਹੜਾ ਬਾਜੀ ਕੋਈ ਹੋਰ ਮਾਰ ਜਾਂਦਾ, ਪਰ ਤੁਹਾਨੂੰ ਪਤਾ ਲੱਗਦਾ ਰਹਿੰਦਾ ਉੱਦਾਂ ਵੀ ਕਿੱਥੇ ਮਿਹਨਤ ਕਰਨ ਦੀ ਹੋਰ ਜ਼ਰੂਰਤ ਹੈਗੀ ਆ। ਕਈ ਜਿਹੜੀਆਂ ਉਹਨਾਂ ਨੇ ਉਸ ਦੇ ਵਿੱਚ ਗੱਲਾਂ ਕੀਤੀਆਂ, 15 ਦੇ ਤਕਰੀਬਨ ਅਜਿਹੇ ਸਟੇਟਮੈਂਟ ਜਿਹੜੀਆਂ ਝੂਠੀਆਂ ਸਟੇਟਮੈਂਟਸ ਜਾਂ ਸੱਚ ਤੋਂ ਪਰੇ ਜਿਹੜੀਆਂ ਸਟੇਟਮੈਂਟਸ ਆ ਉਹਨਾਂ ਨੇ ਆਪਣੇ ਇਸ 76 ਮਿੰਟ ਦੇ ਭਾਸ਼ਣ ਦੇ ਵਿੱਚ ਦਿੱਤੀਆਂ। ਔਰਲੈਂਡੋ ਦੇ ਵਿੱਚ ਇਹਨਾਂ ਦੀ ਜਿਹੜੀ ਆ ਉਹ ਕਿੱਕ ਆਫ ਰੈਲੀ ਜਿਹੜੀ ਆ ਉਹ ਕੱਲ੍ਹ ਹੋਈ ਸੀਗੀ ਜੀ। ਬਿਲਕੁਲ। ਸੋ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਵੀ ਉਹਨਾਂ ਨੇ ਕਿਸੇ ਵੀ ਜਿਹੜੇ ਆਪਣੇ ਓਪੋਨੈਂਟ ਕੋਈ ਡੈਮੋਕ੍ਰੇਟਿਕ ਪਾਰਟੀ ਦੇ ਕੈਂਡੀਡੇਟ ਹੋਣੇ ਆ ਉਹਨਾਂ ਦਾ ਨਾਮ ਨਹੀਂ ਲਿਆ। ਹੈਲਰੀ ਕਲਿੰਟਨ ਦੀ ਸਾਂਗ ਉਹਨਾਂ ਨੇ ਉੱਥੇ ਲਾਈ। ਸੋ ਉਹ ਕੈਂਡੀਡੇਟ ਹੈ ਨਹੀਂ। ਸੋ ਇਹ ਮਤਲਬ ਇਹਨਾਂ ਦਾ ਪ੍ਰੈਜ਼ੀਡੈਂਸ਼ੀਅਲ ਜਿਹੜਾ ਬਿਹੇਵੀਅਰ ਹੈਗਾ ਆ, ਸਾਂਗਾਂ ਪੂਰੀਆਂ ਲਾਉਂਦੇ ਨੇ ਅਤੇ ਜਦੋਂ ਕੋਈ ਇਹਨਾਂ ਦੀ ਸਾਂਗ ਲਾਉਂਦਾ ਉਦੋਂ ਇਹਨਾਂ ਨੂੰ ਬੜੀ ਤਕਲੀਫ ਹੁੰਦੀ ਆ। ਜਿਹੜੇ ਉਹ ਸੈਟਰਡੇ ਨਾਈਟ ਲਾਈਵ ਵਾਲੇ ਜਦੋਂ ਕਰਦੇ ਆ ਅਤੇ ਉਹਨਾਂ ਦੀ ਸਾਂਗ ਲਾਈ ਅਤੇ ਕਹਿੰਦੇ ਇਸ ਵਾਰ ਫਿਰ ਸ਼ਾਇਦ ਹੈਲਰੀ ਕਲਿੰਟਨ ਦੀਆਂ ਈਮੇਲ ਦਾ ਮੁੱਦਾ ਆ ਉਹ ਗਰਮਾ ਸਕਦਾ, ਜਦ ਕਿ ਉਹ ਕੈਂਡੀਡੇਟ ਵੀ ਨਹੀਂ ਹੈਗੀ ਜੀ। ਸੋ ਦੇਖਦੇ ਹਾਂ ਉੱਥੇ ਕੀ ਬਣਦਾ ਹੈ। ਅਤੇ ਸਭ ਨੂੰ ਵੀ ਪਤਾ ਆ ਵੀ ਜ਼ੋਰ ਜਿਹੜਾ ਇਹਨਾਂ ਦਾ ਪੂਰਾ ਲੱਗਾ ਆ ਜਦੋਂ ਤੋਂ ਇਹ ਰਾਸ਼ਟਰਪਤੀ ਬਣ ਚੁੱਕੇ ਸੀ। ਆਈ ਥਿੰਕ ਅਗਲੇ ਸਾਲ ਦੇ ਵਿੱਚ ਇਹਨਾਂ ਨੇ ਆਲਰੇਡੀ ਜਿਹੜਾ ਆਪਣੇ ਮਲਟੀ-ਮਿਲੀਅਨ ਡਾਲਰ ਜਿਹੜੇ ਇਕੱਠੇ ਕਰ ਚੁੱਕੇ ਹੋਏ ਨੇ। ਇਹਨਾਂ ਨੇ ਫੰਡ ਰੇਜ਼ਿੰਗ ਜਿਹੜੀ ਆਪਣੀ ਇਸ 2020 ਦੀ ਰੀ ਇਲੈਕਸ਼ਨ ਦੇ ਲਈ ਜਿਹੜੇ ਉਹ ਆਲਰੇਡੀ ਕਾਫੀ ਡਾਲਰ ਜਿਹੜੇ ਇਕੱਤਰ ਕਰ ਚੁੱਕੇ ਹੋਏ ਨੇ। ਬਿਲਕੁਲ। ਕਹਿੰਦੇ ਭਈ ਟੋਟਲ ਜਿਹੜਾ $100 ਮਿਲੀਅਨ ਦੇ ਕਰੀਬ ਇਕੱਠਾ ਕਰ ਲਿਆ ਅਤੇ ਪਿਛਲੇ 24 ਘੰਟਿਆਂ 'ਚ $24 ਮਿਲੀਅਨ ਦੇ ਕਰੀਬ ਕਹਿੰਦੇ ਉਹਨਾਂ ਨੇ ਪੈਸੇ ਇਕੱਠੇ ਕੀਤੇ ਆ ਜੀ। ਬਿਲਕੁਲ। ਸੋ ਦੇਖਦੇ ਹਾਂ ਕੀ ਬਣਦਾ ਆ। ਸੋ ਹਰ ਇੱਕ ਦੀ ਜਿਹੜੀ ਹੁਣ ਕਿਉਂਕਿ ਦੁਬਾਰਾ ਕੁੱਦ ਗਏ ਨੇ ਅਤੇ ਡੈਮੋਕ੍ਰੇਟ ਪਾਰਟੀ ਵਾਲੇ ਪਾਸੇ ਵੀ ਜਿਹੜਾ ਹੁਣ ਕਾਫੀ ਜ਼ਿਆਦਾ ਆ ਉਹ ਜ਼ੋਰ ਅਜਮਾਇਸ਼ ਜਿਹੜੀ ਹੋਊਗੀ। ਆਈ ਥਿੰਕ ਆਉਂਦੇ ਵੀਕਐਂਡ ਦੇ ਉੱਤੇ ਹਰਜੋਤ ਸਿੰਘ ਜੀ ਇਹਨਾਂ ਦੇ ਜਿਹੜੇ ਡੈਮੋਕ੍ਰੇਟ ਪਾਰਟੀ ਦੇ 2 ਦਿਨ ਲਗਾਤਾਰ ਡਿਬੇਟ ਚੱਲਣੇ ਆ। 20 ਜਾਣਿਆਂ ਨੂੰ ਮੌਕਾ ਜਿਹੜਾ ਉਸ ਦੇ ਵਿੱਚ ਮਿਲਣ ਜਾ ਰਿਹਾ ਆ। ਕੁਛ ਕੁ ਜਾਣੇ ਜਿਹੜੇ ਉਸ ਦੇ ਵਿੱਚ ਰਹਿ ਗਏ ਨੇ, ਪਰ ਦੇਖਦੇ ਹਾਂ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੇਗਾ ਜੀ।
ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਆ, ਕਾਫੀ ਕੁਛ ਘਟਨਾ ਚੱਕਰ ਜਿਹੜੇ ਆ ਉਹ ਚੱਲ ਰਹੇ ਆ। MH17 ਇੱਕ ਜਹਾਜ਼ ਸੀਗਾ ਜਿਹੜਾ ਉਸ ਟਾਈਮ ਦੇ ਉੱਤੇ ਯੂਕਰੇਨ ਤੇ ਰਸ਼ੀਆ ਦੇ ਦਰਮਿਆਨ ਕਾਫੀ ਜ਼ਿਆਦਾ ਜਿਹੜੀ ਤਲਖੀ ਆ ਉਹ ਚੱਲ ਰਹੀ ਸੀ, ਜਦੋਂ ਕ੍ਰੀਮੀਆ ਦਾ ਇਲਾਕਾ ਰਸ਼ੀਆ ਵਾਲਿਆਂ ਨੇ ਆਪਣੇ ਅਧੀਨ ਜਿਹੜਾ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਹਥਿਆ ਹੀ ਲਿਆ ਸੀ, ਕਬਜ਼ਾ ਜਿਹੜਾ ਉਸ ਦੇ ਉੱਤੇ ਕਰ ਲਿਆ ਸੀ। ਉਸ ਟਾਈਮ ਦੇ ਉੱਤੇ ਮਲੇਸ਼ੀਆ 에ਅਰਲਾਈਨਸ ਦਾ ਜਿਹੜਾ ਫਲਾਈਟ ਨੰਬਰ 17 ਆ ਉਸ ਦੇ ਵਿੱਚ ਕਹਿੰਦੇ ਇੱਕ ਮਿਜ਼ਾਈਲ ਵੱਜੀ ਸੀ, ਜਿਸ ਦੇ ਕਰਕੇ ਉਹ ਹਾਦਸਾਗ੍ਰਸਤ ਹੋ ਗਿਆ ਸੀਗਾ ਤੇ 298 ਲੋਕ ਆ ਉਸ ਦੌਰਾਨ ਮਾਰੇ ਗਏ ਸੀਗੇ। ਇਸੇ ਮਾਮਲੇ ਦੇ ਵਿੱਚ ਇੱਕ ਜੁਆਇੰਟ ਇਨਵੈਸਟੀਗੇਸ਼ਨ ਟੀਮ ਜਿਹੜੀ ਉਹ ਬਣਾਈ ਗਈ ਆ। ਇਸ ਮਾਮਲੇ ਦੇ ਵਿੱਚ ਜਾਂਚ ਕਰਦੇ ਹੋਏ ਉਹਨਾਂ ਨੇ 4 ਜਿਹੜੇ ਆ ਕਥਿਤ ਜਿਹੜੇ ਸਸਪੈਕਟ ਆ, ਦੋਸ਼ੀ ਆ, ਉਹਨਾਂ ਦੇ ਖਿਲਾਫ ਜਿਹੜੇ ਅਰੈਸਟ ਵਾਰੰਟ ਆ ਉਹ ਜਾਰੀ ਕਰ ਦਿੱਤੇ ਆ ਤੇ ਕਹਿੰਦੇ ਇਹਨਾਂ ਦੇ ਉੱਤੇ ਮਰਡਰ ਚਾਰਜਸ ਜਿਹੜੇ ਲੱਗਣਗੇ, ਜਿਨ੍ਹਾਂ ਦੇ ਵਿੱਚ ਕਹਿੰਦੇ 3 ਰਸ਼ੀਅਨ ਤੇ 1 ਯੂਕਰੇਨੀਅਨ ਜਿਹੜੀ ਆ ਉਹ ਦਾ ਬੰਦਾ ਜਿਹੜਾ ਉਹ ਦੱਸਿਆ ਜਾ ਰਿਹਾ ਆ। ਸੋ ਇਨਵੈਸਟੀਗੇਟਰਸ ਦੇ ਮੁਤਾਬਕ ਕਹਿੰਦੇ ਵੀ ਇਹ ਜਿਹੜੇ 3 ਰਸ਼ੀਅਨਸ ਆ ਉਹਨਾਂ ਦੇ ਵਿੱਚ ਜਿਹੜੀ ਰਸ਼ੀਆ ਦੀ ਫੈਡਰਲ ਸਿਕਿਉਰਿਟੀ ਸਰਵਿਸ FSB ਉਸ ਦਾ ਇੱਕ ਸਾਬਕਾ ਕਰਨਲ ਦੱਸਿਆ ਜਾ ਰਿਹਾ ਆ। ਇੱਕ ਜਿਹੜਾ ਬੰਦਾ ਮਿਲਟਰੀ ਇੰਟੈਲੀਜੈਂਸ ਏਜੰਸੀ GRU ਜਿਹੜੀ ਹੈਗੀ ਰਸ਼ੀਆ ਦੀ ਉਸ ਦਾ ਬੰਦਾ ਆ ਤੇ ਇੱਕ ਰਸ਼ੀਆ ਦੀ ਸਪੈਸ਼ਲ ਫੋਰਸਿਸ ਦਾ ਜਿਹੜਾ ਸੋਲਜਰ ਆ ਉਹ ਦੱਸਿਆ ਜਾ ਰਿਹਾ ਆ। ਤੇ ਜਿਹੜਾ ਯੂਕਰੇਨ ਨਾਲ ਦੇ ਉੱਤੇ ਦੋਸ਼ ਲੱਗੇ ਆ, ਉੱਦਾਂ ਕਹਿੰਦੇ ਵੀ ਉਹ ਮਿਲਟਰੀ ਬੈਕਗਰਾਊਂਡ ਤਾਂ ਉਸਦੀ ਨਹੀਂ ਦੱਸੀ ਜਾ ਰਹੀ, ਪਰ ਕਹਿੰਦੇ ਇੱਕ ਕੰਬੈਟ ਯੂਨਿਟ ਦੇ ਵਿੱਚ ਉਸਨੇ ਕੰਮ ਕੀਤਾ ਸੀਗਾ। ਉਸ ਟਾਈਮ ਤੋਂ ਵੀ ਜਿਹੜੇ ਹਰਜੋਤ ਸਿੰਘ ਜੀ ਕਾਫੀ ਰੌਲਾ ਰੱਪਾ ਆ ਉਹ ਪਿਆ ਸੀਗਾ ਵੀ ਇਹ ਜਹਾਜ਼ ਦੇਖੋ, ਇਹ ਵਿਚਾਰੇ 298 ਲੋਕਾਂ ਦਾ 300 ਲੋਕਾਂ ਦਾ ਕੀ ਕਸੂਰ ਸੀਗਾ, ਜਸਟ ਬਿਕੋਜ਼ ਵੀ ਉਹ ਉਸ 에ਅਰ ਸਪੇਸ ਦੇ ਉੱਤੋਂ ਲੰਘ ਰਹੇ ਸੀਗੇ ਤੇ ਪਤਾ ਨਹੀਂ ਹੁਣ ਇਹਨਾਂ ਨੇ ਇਹ ਸੋਚਿਆ ਵੀ ਕੋਈ ਹੋਰ ਬੰਦੇ ਹੋਰ ਆ ਰਹੇ ਮਿਲਟਰੀ ਜਹਾਜ਼ ਵਾਲਾ, ਤੇ ਉਹਨਾਂ ਨੇ ਚੱਕ ਕੇ ਜਿਹੜਾ ਮਿਜ਼ਾਈਲ ਮਾਰ ਕੇ ਉਸ ਨੂੰ ਹਾਦਸਾਗ੍ਰਸਤ ਜਿਹੜਾ ਕਰ ਦਿੱਤਾ ਤੇ ਸਾਰੇ ਲੋਕ ਮਾਰੇ ਗਏ ਆ। ਜਿਹੜੇ 3 ਰਸ਼ੀਅਨ ਈਗੋਰ ਗਿਰਕਿਨ, ਸਰਗੇਈ ਡਬਿੰਸਕੀ, ਓਲਗ ਪੁਲਾਟੋਵ ਤੇ ਯੂਕਰੇਨੀਅਨ ਲਿਓਨਿਡ ਕਰਚੈਂਕੋ ਨਾਂ ਦੇ ਬੰਦਿਆਂ ਦੇ ਖਿਲਾਫ ਨੈਸ਼ਨਲ ਤੇ ਇੰਟਰਨੈਸ਼ਨਲ ਜਿਹੜੇ ਆ ਅਰੈਸਟ ਵਾਰੰਟ ਜਾਰੀ ਕਰ ਦਿੱਤੇ ਗਏ ਨੇ ਜੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਰਹਿ ਚੁੱਕੇ ਕਮਿਊਨੀਕੇਸ਼ਨ ਡਾਇਰੈਕਟਰ ਤੇ ਉਹਨਾਂ ਦੇ ਕਾਫੀ ਲਾਗੇ ਸੀ ਹੋਪ ਹਿਕਸ, ਜਿਹੜੇ ਉਹ ਅੱਜ ਜਿਹੜੀ ਹਾਊਸ ਜੁਡੀਸ਼ਰੀ ਕਮੇਟੀ ਆ ਉਹਦੇ ਸਾਹਮਣੇ ਉਹ ਪੇਸ਼ ਹੋਣਗੇ। ਉਹਦੇ ਵਿੱਚ ਜਿਹੜੀ ਆ ਜੁਡੀਸ਼ਰੀ ਕਮੇਟੀ ਇਨਵੈਸਟੀਗੇਟ ਕਰ ਰਹੀ ਆ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਕਿਤੇ ਜਿਹੜੀ ਆ ਕਿਸੇ ਤਰ੍ਹਾਂ ਦੀ ਅਬਸਟਰਕਸ਼ਨ ਜਿਹੜੀ ਜਸਟਿਸ ਦੇ ਵਿੱਚ ਤਾਂ ਨਹੀਂ ਕੀਤੀ ਤਾਂ ਕਿ ਉਹਨਾਂ ਨੂੰ ਜਿਹੜਾ ਆ ਇੰਪੀਚ ਕੀਤਾ ਜਾ ਸਕੇ। ਹੋਪ ਹਿਕਸ ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਬਹੁਤ ਲਾਗੇ ਸੀ ਤੇ ਫਿਰ ਜਦੋਂ ਉਹ ਛੱਡ ਗਈ ਤੇ ਉਹ ਤੋਂ ਬਾਅਦ ਕਈ ਵਾਰ ਉਹਨਾਂ ਨੇ ਫੋਨ ਕਾਲਸ ਵੀ ਉਹਨਾਂ ਦੀ ਰਿਟਰਨ ਨਹੀਂ ਕੀਤੀਆਂ ਤੇ ਪਰ ਸਟਿਲ ਕਹਿੰਦੇ ਭਈ ਉਹ ਪ੍ਰੈਜ਼ੀਡੈਂਟ ਟਰੰਪ ਦੇ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ ਲਾਇਲ ਆ। ਪਰ ਹੁਣ ਉਹ ਜਿਹੜੀ ਆ ਹੀਅਰਿੰਗ ਹੋਊਗੀ ਉਹਨਾਂ ਦੀ ਕਲੋਜ਼ ਡੋਰ, ਉਹ ਤੋਂ ਬਾਅਦ ਪਤਾ ਲੱਗੂਗਾ ਵੀ ਕੀ ਜਿਹੜੇ ਉਹ ਸੀਕ੍ਰੇਟਸ ਹੈਗੇ ਆ ਉਸ ਟਾਈਮ ਦੇ ਉੱਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਉਹ ਜੁਡੀਸ਼ਰੀ ਕਮੇਟੀ ਦੇ ਸਾਹਮਣੇ ਪੇਸ਼ ਕਰਦੇ ਆ। ਬਿਲਕੁਲ। ਹੋਪ ਹਿਕਸ ਦੇ ਜਿਹੜੇ ਅਟਰਨੀ ਉਹਨਾਂ ਨੇ ਕਾਂਗਰਸ ਨੂੰ ਦੱਸਿਆ ਵੀ ਕਹਿੰਦੇ ਵੀ ਵਾਈਟ ਹਾਊਸ ਨੇ ਉਹਨਾਂ ਨੂੰ ਇਹ ਆਖਿਆ ਆ ਵੀ ਤੁਸੀਂ ਇਸ ਦੇ ਨਾਲ ਆਪਣੇ ਕੰਮਕਾਰ ਦੇ ਨਾਲ ਸੰਬੰਧਿਤ ਕੋਈ ਵੀ ਜਿਹੜਾ ਡਾਕੂਮੈਂਟਸ ਆ ਇਸ ਕਮੇਟੀ ਨੂੰ ਤੁਸੀਂ ਨਾ ਦਿਓ, ਵੀ ਕੌਨਫੀਡੈਂਸ਼ੀਅਲਿਟੀ ਦਾ ਜਿਹੜਾ ਕਹਿ ਕੇ ਤੇ ਐਗਜ਼ੀਕਿਊਟਿਵ ਪ੍ਰਿਵਿਲੇਜ ਦਾ ਜਿਹੜਾ ਰਾਸ਼ਟਰਪਤੀ ਟਰੰਪ ਵੱਲੋਂ ਕਹਿ ਕੇ ਇਹ ਆਖਿਆ ਜਾ ਰਿਹਾ। ਹੁਣ ਦਾਲ 'ਚ ਕੁਛ ਨਾ ਕੁਛ ਕਾਲਾ ਹੀ ਆ ਜਿਹੜਾ ਇੰਨਾ ਕੁਛ ਲੁਕਾਉਣ ਨੂੰ ਫਿਰਦੇ ਆ। ਜਿਹੜੇ ਮਗੈਨ ਹੈਗੇ ਆ ਉਹਨਾਂ ਨੂੰ ਵੀ ਜਿਹੜੇ ਵਾਈਟ ਹਾਊਸ ਨੇ ਰੋਕਿਆ, ਐਗਜ਼ੀਕਿਊਟਿਵ ਪ੍ਰਿਵਿਲੇਜ ਜਿਹੜੇ ਉਸ ਦੇ ਉੱਤੇ ਲਾਏ ਆ। ਸੋ ਰਾਸ਼ਟਰਪਤੀ ਟਰੰਪ ਉਹਨਾਂ ਨੂੰ ਪਤਾ ਵੀ ਉਹ ਕਿਤੇ ਨਾ ਕਿਤੇ ਫਸ ਜਾਣਗੇ ਵੀ ਜੇ ਇਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਸੰਬੰਧਿਤ ਡਾਕੂਮੈਂਟਸ ਉਹ ਪੇਸ਼ ਕਰਦੇ ਆ। ਸਭ ਨੂੰ ਯਾਦ ਹੋਣਾ ਵੀ ਜਿਹੜੇ ਰਿਪਬਲਿਕਨਸ ਆ ਕਿੱਦਾਂ ਉਦੋਂ ਰੌਲਾ ਪਾਉਂਦੇ ਸੀ ਬੰਗਾਜ਼ੀ ਨੂੰ ਲੈ ਕੇ ਵੀ ਕੀ ਕੁਛ ਹੋਇਆ, ਤੇ ਉਦੋਂ ਸਭ ਨੂੰ ਪਤਾ ਹੈ ਵੀ ਹਿਲਰੀ ਕਲਿੰਟਨ ਕਈ ਦਿਨਾਂ ਤੱਕ ਉਸ ਦੀ ਜਿਹੜੀ ਆ ਟੈਸਟੀਮੋਨੀ ਜਿਹੜੀ ਉਹ ਚੱਲਦੀ ਰਹੀ ਸੀ, ਉਹ ਕਈ ਦਿਨਾਂ ਤੱਕ ਉਹ ਜਿਹੜੀ ਕਮੇਟੀਆਂ ਦੇ ਸਾਹਮਣੇ ਪੇਸ਼ ਹੁੰਦੀ ਰਹੀ ਸੀ। ਪਰ ਹੁਣ ਇਹ ਆ ਵੀ ਉਹ ਬਿਲਕੁਲ ਵੀ ਕਿਸੇ ਨੂੰ ਵੀ ਆਪ ਤਾਂ ਉਹਨਾਂ ਨੇ ਕੀ ਸਾਹਮਣੇ ਆਉਣਾ ਆ, ਜਿਹੜੇ ਉਹਨਾਂ ਦੇ ਨਾਲ ਜਿਨ੍ਹਾਂ ਨੇ ਕੰਮ ਕੀਤਾ ਪ੍ਰਸ਼ਾਸਨ ਦੇ ਵਿੱਚ ਉਹਨਾਂ ਨੂੰ ਵੀ ਜਿਹੜੇ ਆ ਉਹ ਰੋਕ ਰਹੇ ਆ। ਪਰ ਹੁਣ ਹੋਪ ਹਿਕਸ ਕਲੋਜ਼ ਡੋਰ ਦੇ ਬਿਹਾਈਂਡ ਜਾਊਗੀ, ਇਸ ਦੇ ਵਿੱਚੋਂ ਕੀ ਜਿਹੜਾ ਆ ਉਹ ਸੱਪ ਨਿਕਲਦਾ ਨਹੀਂ ਨਿਕਲਦਾ ਜਾਂ ਇਹ ਰੌਲਾ ਗੋਲਾ ਹੀ ਜਿਹੜਾ ਉਹ ਪੈ ਜਾਂਦਾ ਆ, ਇਹ ਸਮਝਣ ਵਾਲੀ ਗੱਲ ਹੋਊਗੀ, ਇਹ ਦੇਖਣ ਵਾਲੀ ਗੱਲ ਰਹੂਗੀ। ਉੱਦਾਂ ਵੈਸੇ ਦੇਖਿਆ ਜਾਵੇ ਜੇ ਜਿੱਦਾਂ ਰਾਸ਼ਟਰਪਤੀ ਟਰੰਪ ਨੇ ਉਦੋਂ ਸਾਰਿਆਂ ਦੇ ਸਾਹਮਣੇ ਜਿਹੜੇ 30 ਆਵਰਸ ਜਾਰਜ ਦੇ ਨਾਲ ਉਹਨਾਂ ਨੇ ਇੱਕ TV ਵਾਲਿਆਂ ਦੇ ਨਾਲ ਕੱਢੇ ਸੀਗੇ, ਉਸ ਦੇ ਵਿੱਚ ਉਹ ਸ਼ਰਿਆਬ ਕਹਿ ਰਹੇ ਸੀਗੇ ਵੀ ਜੇ ਕੋਈ ਦਿੰਦਾ ਬਾਹਰਲੇ ਮੁਲਕ ਵਾਲਾ
ਸਾਨੂੰ ਕਿਸੇ ਕੈਂਡੀਡੇਟ ਦੇ ਖਿਲਾਫ, ਤਾਂ ਮੈਂ ਤਾਂ ਦੇਖੂੰਗਾ, ਮੈਂ ਤਾਂ ਲਊਂਗਾ। ਉਸ ਤੋਂ ਬਾਅਦ ਦੇ ਵਿੱਚ ਜਿਹੜੀ ਫੈਡਰਲ ਇਲੈਕਸ਼ਨ ਕਮਿਸ਼ਨਰ ਆ ਉਹਨਾਂ ਨੂੰ ਟਵੀਟ ਕਰਨਾ ਪਿਆ, ਇੱਕ ਸਟੇਟਮੈਂਟ ਰਿਲੀਜ਼ ਕਰਨੀ ਪਈ। ਕਹਿੰਦੇ ਵੀ ਮੈਨੂੰ ਉਮੀਦ ਨਹੀਂ ਸੀ ਵੀ ਮੈਨੂੰ ਕਹਿਣਾ ਪਊਗਾ, ਮੈਂ ਫਿਰ ਵੀ ਇਹ ਸਟੇਟਮੈਂਟ ਰਿਲੀਜ਼ ਕਰ ਰਹੀ ਹਾਂ। ਬਾਹਰਲੇ ਮੁਲਕ ਤੋਂ ਕਿਸੇ ਵੀ ਤੋਂ ਇਸ ਤਰੀਕੇ ਦੀ ਕੋਈ ਇਨਫੋਰਮੇਸ਼ਨ ਲੈਣਾ ਜਾਂ ਉਹਨਾਂ ਦੇ ਕੋਲੋਂ ਇਹ ਸੂਚਨਾ ਜਿਹੜੀ ਲੈਣੀ ਜਾਂ ਉਹਨਾਂ ਦੇ ਨਾਲ ਮਿਲ ਕੇ ਚੱਲਣਾ ਆਪਣੇ ਕੈਂਡੀਡੇਟ, ਆਪਣੇ ਆਪੋਜੀਸ਼ਨ ਨੂੰ, ਕੈਂਡੀਡੇਟ ਨੂੰ ਹਰਾਉਣ ਦੇ ਲਈ, ਇਹ ਗੈਰ ਕਾਨੂੰਨੀ ਆ, ਗੈਰ ਸੰਵਿਧਾਨਿਕ ਆ। ਪਰ ਰਾਸ਼ਟਰਪਤੀ ਟਰੰਪ ਨੇ ਇਸ ਟਾਈਮ ਸੰਵਿਧਾਨ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਛਿੱਕੇ ਤੇ ਟੰਗਿਆ ਹੋਇਆ ਆ ਜੀ। ਅਗਲੀ ਖਬਰ ਵੱਲ ਚਲੀਏ, ਜਿਹੜੀ ਜਮਾਲ ਖਸ਼ੋਗੀ ਜਿਹੜੇ ਵਾਸ਼ਿੰਗਟਨ ਪੋਸਟ ਦੇ ਜਿਹੜੇ ਇੱਕ ਜਰਨਲਿਸਟ ਵੀ ਸੀਗੇ, ਉਹਨਾਂ ਦਾ ਸਾਊਦੀ ਅਰੇਬੀਆ ਦੀ ਸਰਕਾਰ ਵੱਲੋਂ ਟਰਕੀ ਦੇ ਵਿੱਚ ਜਿਹੜਾ ਉੱਥੇ ਦੀ ਐਮਬੈਸੀ ਸੀਗੀ ਸਾਊਦੀ ਅਰੇਬੀਆ ਦੀ, ਉੱਥੇ ਕਤਲ ਕਰ ਦਿੱਤਾ ਗਿਆ ਸੀ। ਹੁਣ ਉਹਦੇ ਸੰਬੰਧ ਦੇ ਵਿੱਚ ਜਿਹੜੀ UN ਆ, ਯੂਨਾਈਟਿਡ ਨੇਸ਼ਨਸ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਸਾਊਦੀ ਅਰੇਬੀਆ ਦਾ ਪ੍ਰਿੰਸ ਹੈਗਾ ਆ ਉਸ ਨੂੰ ਵੀ ਇਨਵੈਸਟੀਗੇਟ ਕਰਨਾ ਚਾਹੀਦਾ, ਕਿਉਂਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਇਸ ਪੱਤਰਕਾਰ ਦੇ ਕਤਲ ਦੇ ਵਿੱਚ ਇਨਵੋਲਵ ਸੀਗਾ। ਸੋ UN ਦੇ ਇਨਵੈਸਟੀਗੇਟਰ ਐਗਨਸ ਕੈਲਾਮਰ ਨੇ ਇੱਕ ਜਿਹੜੀ ਰਿਪੋਰਟ ਰਿਲੀਜ਼ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਇੰਟਰਨੈਸ਼ਨਲ ਲਾ ਦੇ ਮੁਤਾਬਕ ਡੈਲੀਬਰੇਟਲੀ ਤੇ ਪ੍ਰੀ ਮੈਡੀਟੇਟਡ ਐਗਜ਼ੀਕਿਊਸ਼ਨ ਕੀਤੀ ਆ ਖਸ਼ੋਗੀ ਦੀ, ਵੀ ਜਾਣ ਬੁੱਝ ਕੇ ਪਹਿਲਾਂ ਤੋਂ ਹੀ ਉਹਨਾਂ ਨੇ ਸੋਚਿਆ ਸੀ ਵੀ ਇਸ ਬੰਦੇ ਨੂੰ ਮਾਰਨਾ ਹੈਗਾ ਆ। ਤੇ ਜਿਹੜਾ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਆ ਤੇ ਉਹਦੇ ਜਿਹੜੇ ਪਰਸਨਲ ਐਸੈਟਸ ਅਬਰੋਡਸ ਆ, ਵੀ ਉਹਨਾਂ ਨੂੰ ਜਿਹੜਾ ਟਾਰਗੇਟ ਕੀਤਾ ਜਾਣਾ ਚਾਹੀਦਾ ਹੈਗਾ, ਸੈਂਕਸ਼ਨਸ ਉਹਦੇ ਉੱਤੇ ਲਾਣੀਆਂ ਚਾਹੀਦੀਆਂ ਹੈਗੀਆਂ। ਕਹਿੰਦੇ ਕਾਫੀ ਪ੍ਰੋਮੀਨੈਂਟ ਰਾਈਟਰ ਸੀਗੇ ਜਮਾਲ ਖਸ਼ੋਗੀ ਵਾਸ਼ਿੰਗਟਨ ਪੋਸਟ ਦੇ, ਜਿਨ੍ਹਾਂ ਦਾ ਅਕਤੂਬਰ ਮਹੀਨੇ ਦੇ ਵਿੱਚ ਇਸਤਾਨਬੁਲ ਜਿਹੜਾ ਕੌਂਸੂਲੇਟ ਹੈਗਾ ਸਾਊਦੀ ਅਰੇਬੀਆ ਦਾ, ਉੱਥੇ ਕਤਲ ਕਰ ਦਿੱਤਾ ਗਿਆ ਸੀ। ਜੀ ਜੀ ਬਿਲਕੁਲ। UN ਦੀ ਰਿਪੋਰਟ ਵੀ ਜਿੱਦਾਂ ਤੁਸੀਂ ਦੱਸਿਆ ਵੀ ਇਸ਼ਾਰਾ ਕਰਦੀ ਆ, ਪਰ ਨਹੀਂ ਜੀ, ਸਾਡੇ ਵਾਲਿਆਂ ਨੇ ਨਹੀਂ ਮੰਨਣਾ। ਖਾਸ ਕਰਕੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਨਹੀਂ ਮੰਨਦੇ ਇਸ ਚੀਜ਼ ਨੂੰ। ਚਾਹੇ ਕਾਂਗਰਸ ਇਸ ਨੇ ਮੰਗ ਵੀ ਕੀਤੀ ਸੀਗੀ, ਇਹਨਾਂ ਨੇ ਉਸ ਦੇ ਖਿਲਾਫ ਜਿਹੜਾ ਵੀਟੋ ਆ ਆਲਰੇਡੀ ਕਰ ਦਿੱਤਾ ਆ। ਉਹ ਕਾਫੀ ਜਿਹੜੇ ਕਲੋਜ਼ ਹੈਗੇ ਨੇ, ਜੈਰਡ ਕੁਸ਼ਨਰ ਵੀ ਕਾਫੀ ਕਲੋਜ਼ ਆ ਜਿਹੜੇ ਮੁਹੰਮਦ ਬਿਨ ਸਲਮਾਨ ਦੇ। ਸੋ ਉਹਨਾਂ ਦੇ ਕਲੋਜ਼ ਹੋਣ ਦੇ ਕਰਕੇ ਕਾਫੀ ਕੁਛ ਜਿਹੜੀ ਆ ਹਿਊਮਨ ਰਾਈਟ ਨੂੰ ਜਿਹੜਾ ਉਹਨਾਂ ਨੇ ਇਸ ਟਾਈਮ ਕੋਈ ਬਹੁਤਾ ਉਹਨਾਂ ਨੂੰ ਕੋਈ ਬਹੁਤਾ ਉਸ ਦੇ ਨਾਲ ਫਰਕ ਨਹੀਂ ਆ। $multi-billion ਦੀ ਉਹਨਾਂ ਨਾਲ ਡੀਲ ਚੱਲ ਰਹੀ ਆ, ਜਿਹੜੇ ਉਹਨਾਂ ਨੇ ਸਮਾਨ ਵੇਚਣਾ ਹੈ, ਹਥਿਆਰ ਵੇਚਣੇ ਆ। ਸੋ ਇੱਕ ਅੱਧਾ ਬੰਦਾ ਉਹਨਾਂ ਦੇ ਹਿਸਾਬ ਨਾਲ ਮਰ ਗਿਆ ਤਾਂ ਉਹਨਾਂ ਨੂੰ ਕੋਈ ਬਹੁਤੀ ਪਰਵਾਹ ਨਹੀਂ ਆ, ਖਾਸ ਕਰਕੇ ਅਮਰੀਕਾ ਵਾਲਿਆਂ ਨੂੰ। ਹੁਣ ਉੱਦਾਂ ਵੈਸੇ ਦੁਨੀਆ ਭਰ ਦੇ ਵਿੱਚ ਡੰਡਾ ਇਹਨਾਂ ਦਾ ਹੈਗਾ ਆ, ਜਿੱਥੇ ਉਹਨਾਂ ਨੂੰ ਠੀਕ ਲੱਗਦਾ ਉੱਥੇ ਕੀ ਜਿਹੜਾ ਉਹ ਕਰਦੇ ਆ, ਪਰ ਜਿੱਥੋਂ ਇੰਨੀ $1 ਬਿਲੀਅਨ ਆ ਰਹੇ ਹੋਣ ਉੱਥੇ ਫਿਰ ਥੋੜਾ ਕੇਸਲ ਜਿਹੜੀ ਉਹ ਵੱਟ ਜਾਂਦੇ ਨੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਆ, ਬੇਰੀਏ ਤੋਂ ਸਾਡੇ ਸੈਨ ਹੋਜ਼ੇ ਇਸ ਇਲਾਕੇ ਤੋਂ ਸਿਲੀਕਨ ਵੈਲੀ ਤੋਂ ਖਬਰਾਂ ਆ ਰਹੀਆਂ, ਪਿਛਲੇ 24 ਘੰਟਿਆਂ ਦੇ ਵਿੱਚ ਫਰੀਵੇ ਦੇ ਉੱਤੇ 3 ਸ਼ੂਟਿੰਗਸ ਦੀ ਖਬਰ ਜਿਹੜੀ ਇੱਥੋਂ ਆ ਰਹੀ ਆ। ਇੱਕ ਮਲਪੀਟਰ ਸੈਨ ਹੋਜ਼ੇ ਦੀ ਜਿਹੜੀ ਸਰਹੱਦ ਦਾ ਲੈਂਡਸ ਐਵੀਨਿਊ ਉਸ ਦੇ ਇਰਦ ਗਿਰਦ ਦੇਖੀ ਗਈ ਆ। ਇੱਕ ਜਿਹੜੀ ਹਰਜੋਤ ਸਿੰਘ ਜੀ ਡਾਊਨਟਾਊਨ ਦੇ ਵਿੱਚੋਂ ਜਦੋਂ ਲੰਘਦਾ ਆ 680 280 ਜਿੱਥੇ ਬਣਦਾ ਆ ਉੱਥੇ ਆ। ਤੇ ਕੱਲ ਇੱਕ ਹੋਰ ਜਿਹੜੀ ਆ ਸ਼ੂਟਿੰਗ ਲਾਸ ਗੈਟਸ ਵਾਲੇ ਇਲਾਕੇ 'ਚ, ਜਿੱਥੇ ਹਾਈਵੇ 85 ਤੇ 17 ਦਾ ਇੰਟਰਸੈਕਸ਼ਨ ਆ, ਉੱਥੇ ਦੇਖੀ ਗਈ ਆ। ਸੋ CHP ਆਫੀਸਰਸ ਇਹਨਾਂ ਸਾਰੇ ਥਾਵਾਂ ਦੇ ਉੱਤੇ ਪਹੁੰਚੇ ਆ। ਤੇ ਇੱਕ ਤਾਂ ਟਿਊਜ਼ਡੇ ਨਾਈਟ ਨੂੰ ਕੱਲ ਜਿਹੜੀਆਂ 2 ਸ਼ੂਟਿੰਗਸ ਹੋਈਆਂ, ਤੇ ਉਸ ਤੋਂ ਪਹਿਲਾਂ ਇੱਕ ਮੰਡੇ ਨੂੰ ਹੋਈ ਸੀ ਜਿਸ ਦੇ ਵਿੱਚ ਇੱਕ ਬੰਦਾ ਮਾਰਿਆ ਗਿਆ ਸੀਗਾ। ਸੋ CHP ਵਾਲੇ ਤੇ ਪੁਲਿਸ ਅਧਿਕਾਰੀ ਇਸ ਟਾਈਮ ਇਹਨਾਂ ਸ਼ੂਟਿੰਗਸ ਦੇ ਬਾਰੇ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਰ ਰਹੇ ਆ। ਕੱਲ ਜਿਹੜੀ ਇੱਕ ਜਿਹੜੀ ਸ਼ੂਟਿੰਗ ਹੋਈ ਸੀਗੀ 680 ਦੇ ਉੱਤੇ ਲੈਂਡਸ ਐਵੀਨਿਊ ਦੇ ਨਜ਼ਦੀਕ, ਉਸ ਦੇ ਵਿੱਚ ਇੱਕ ਛੋਟੀ ਉਮਰ ਦੀ ਬੱਚੀ ਦੇ ਉੱਤੇ ਜਿਹੜਾ ਜਦੋਂ ਗੋਲੀ ਲੱਗੀ ਗੱਡੀ ਦੇ ਵਿੱਚ ਤਾਂ ਸ਼ੀਸ਼ਾ ਜਦੋਂ ਟੁੱਟਾ ਤਾਂ ਉਹ ਸ਼ੀਸ਼ੇ ਦੇ ਕਰਕੇ ਕਈ ਜਿਹੜੀਆਂ ਸੱਟਾਂ ਲੱਗੀਆਂ, ਤੇ ਇੱਕ ਉਹ ਜਿਹੜੀ ਔਰਤ ਆ ਉਸ ਨੂੰ ਵੀ ਜੇਰੇ ਇਲਾਜ ਰੱਖਿਆ ਗਿਆ। ਕੀ ਇਸ ਦੇ ਪਿੱਛੇ ਕਾਰਨ ਆ, ਕੀ ਜਿਹੜਾ ਹੋਇਆ ਆ, ਇਹ ਜਿਹੜਾ ਹੁਣ ਜਾਂਚ ਦਾ ਜਿਹੜਾ ਵਿਸ਼ਾ ਹੈਗਾ ਆ। ਪਰ ਲਗਾਤਾਰ ਇੱਦਾਂ ਦੀਆਂ ਘਟਨਾਵਾਂ ਜਿਹੜੀਆਂ ਉਹ ਵਧੀਆਂ, ਖਾਸ ਕਰਕੇ ਪਿਛਲੇ 24 ਘੰਟਿਆਂ 'ਚ 3 ਫਰੀਵੇ ਸ਼ੂਟਿੰਗ ਜਿਹੜੀਆਂ ਹੋਣ ਕਰਕੇ CHP ਵਾਲੇ ਸਤਰਕਤਾ ਜਿਹੜੀ ਆ ਉਹਨਾਂ ਨੇ ਬਣਾਈ ਆ। ਤੇ ਕਹਿੰਦੇ ਜੇ ਕਿਸੇ ਨੂੰ ਇਸ ਸ਼ੂਟਿੰਗਸ ਦੇ ਬਾਰੇ ਕੁਝ ਵੀ ਪਤਾ ਹੋਵੇ ਤਾਂ ਉਹ ਤੁਰੰਤ ਪੁਲਿਸ ਦੀ ਜਿਹੜੀ ਹੈਲਪਲਾਈਨ ਆ ਉਸ ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ CHP ਨੂੰ 4084675400 ਦੇ ਉੱਤੇ, ਜਾਂ 24 ਆਵਰ ਟਿਪ ਲਾਈਨ ਜਿਹੜੀ ਹੈਗੀ ਆ 7179174491 ਦੇ ਉੱਤੇ ਕਾਲ ਕਰਕੇ ਇਸ ਦੇ ਬਾਰੇ ਜਾਣਕਾਰੀ
ਦੇ ਸਕਦੇ ਹੋ ਜੀ। ਤੇ ਸਾਡਾ ਸਮਾਂ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਖਬਰਾਂ ਵੀ ਕਿਸ ਤਰ੍ਹਾਂ 70 ਮਿਲੀਅਨ ਦੇ ਕਰੀਬ ਲੋਕ ਜਿਹੜੇ ਪੂਰੀ ਦੁਨੀਆ ਤੋਂ ਡਿਸਪਲੇਸ ਹੋਏ ਹੈਗੇ ਆ। ਇਹ ਨਵੀਂ ਰਿਪੋਰਟ ਜਿਹੜੀ ਆ UNHCR ਵੱਲੋਂ ਆਈ ਆ ਜੀ। हाँ जी, देखो 1300 तो 1400 तक दी साडी गैदरिंग होएगी। ऐनी ते पार्टी हॉल मेनू बिल्कुल नवा नकोर चाहिदा। अच्छा जी। ते फूड दी क्वालिटी ना प्लीज कोई कंप्रो नहीं चाहिदा। अच्छा जी। ते डेकोरेशन जेडी ओ बिल्कुल लाजवाब होवे। अच्छा जी। एंड मोर ओवर इन्नी क गैदरिंग आ ता पार्किंग स्पेस भी खुली होनी चाहिदी आ। चंगा फिर मैडम जी मैं ते चलदा। हुन तुसी कित्थे चले? इन्ना वड्डा काम साडे कोलों नहीं संभ्या जाना। मिराज फॉर यू वाले राजा सिंह ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information call Raja Singh 9168656659 या परमप्रीत सिंह डड्डी 6615103143। ਮੈਨੂੰ ਚੂੜੀਆਂ ਚੜਾ ਦੇ ਚੰਨਵੇ ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916-692-8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ। ਹਾਂਜੀ ਕੀ ਗੱਲ ਇਮਾਨਦਾਰ ਤਸੱਲੀ ਬਖਸ਼ ਟਰੱਕ ਸਿਖਾਉਣ ਵਾਲਾ ਨਹੀਂ ਮਿਲ ਰਿਹਾ? ਫਿਕਰ ਨਾਟ, ਮੇਰਾ ਵੀ ਇਹੀ ਹਾਲ ਸੀ ਪਰ ਹੁਣ ਮੈਂ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵੱਲੋਂ ਦਵਾਇਆ ਹੋਇਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਲੈ ਕੇ ਪੂਰਾ ਅਮਰੀਕਾ ਹੀ ਗਾ ਲਿਆ। ਤੁਸੀਂ ਵੀ ਟਰੱਕ ਸਿੱਖਣ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ ਵਾਲਿਆਂ ਨੂੰ 530-777-6737। ਇਹ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਟੋਮੈਟਿਕ ਟਰੱਕ ਅਤੇ 6 ਤੋਂ 10 ਸਪੀਡ ਵਾਲਾ ਟਰੱਕ ਚਲਾਉਣਾ ਸਿਖਾਉਂਦੇ ਨੇ, ਉਹ ਵੀ ਸਿਰਫ $1250 ਦੇ ਵਿੱਚ। ਤੇ ਨਾਲ ਹੀ ਜੌਬ ਪਲੇਸਮੈਂਟ ਦੀ ਪੂਰੀ ਗਾਰੰਟੀ ਵੀ ਦਿੰਦੇ ਹਨ। ਆਊਟ ਆਫ ਸਟੇਟ ਵਾਲੇ ਵਿਦਿਆਰਥੀਆਂ ਦੇ ਲਈ $1450, ਜਿਸ ਵਿੱਚ ਇਹ ਤੁਹਾਨੂੰ ਪਿਕਅਪ ਵੀ ਕਰਦੇ ਹਨ ਤੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਹੋਵੇਗਾ ਤੇ ਟਰੱਕ ਚਲਾਉਣ ਵੇਲੇ ਰਿਪੇਅਰ ਅਤੇ ਮੇਨਟੇਨੈਂਸ ਦੇ ਵਿੱਚ ਵੀ ਤੁਹਾਡੀ ਹੈਲਪ ਕਰਦੇ ਹਨ। 24/7 ਟੋਇੰਗ ਸਰਵਿਸ ਅਵੇਲੇਬਲ। ਨੰਬਰ 5303002356। ਇਸ ਮੌਕੇ ਦੇ ਉੱਤੇ ਟਰੱਕ ਡਰਾਈਵਰ ਵੀ ਹਾਇਰ ਕਰ ਰਹੇ ਹਨ। ਸੋ ਟਰੱਕ ਸਿੱਖਣ ਦੇ ਲਈ, ਜੌਬ ਦੇ ਲਈ ਅੱਜ ਹੀ ਕਾਲ ਕਰੋ ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ 530-751-5115 530-751-5115 ਨਾਰਥ ਵੈਸਟ ਟਰੱਕ ਡਰਾਈਵਿੰਗ ਸਕੂਲ। ਪ੍ਰਸਾਦ ਆਈਲੈਂਡ ਮਾਰਕੀਟ ਜਿਸ ਦਾ ਪਹਿਲਾ ਨਾਂ ਖਾਲਸਾ ਫੈਬਰਿਕ ਸੀ, ਖੁੱਲ ਚੁੱਕਿਆ ਹੈ ਅੰਡਰ ਨਿਊ ਓਨਰਸ਼ਿਪ। ਵੈਸਟ ਸੈਕਰਾਮੈਂਟੋ ਦਾ ਸਭ ਤੋਂ ਵੱਡਾ ਇੰਡੀਅਨ ਗਰੋਸਰੀ ਸਟੋਰ। ਇਹ 7 ਦਿਨ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਹਰ ਤਰ੍ਹਾਂ ਦੀ ਇੰਡੀਅਨ, ਪਾਕਿਸਤਾਨੀ ਅਤੇ ਆਈਲੈਂਡ ਗਰੋਸਰੀ ਖਰੀਦ ਸਕਦੇ ਹੋ। ਹਰ ਤਰ੍ਹਾਂ ਦੇ ਮਸਾਲੇ, ਨੈਚੁਰਲ ਹਰਬਸ, ਮੀਟ, ਕਾਸਮੈਟਿਕ, ਭਾਂਡੇ ਅਤੇ ਖਰੀਦੋ ਤਾਜ਼ੀਆਂ ਸਬਜ਼ੀਆਂ ਹਰ ਰੋਜ਼। ਮਾਰਚ ਤੋਂ ਮਈ ਤੱਕ ਲੈ ਸਕਦੇ ਹੋ ਰੀ ਗ੍ਰੈਂਡ ਓਪਨਿੰਗ ਸੇਲ ਦਾ ਲਾਭ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9162995267 2021 ਵੈਸਟ ਕੈਪੀਟਲ ਐਵੇਨਿਊ ਵੈਸਟ ਸੈਕਰਾਮੈਂਟੋ। ਇਮੀਗ੍ਰੇਸ਼ਨ, ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916-306-1665 ਮਨਜ਼ੂਰ ਲਾ ਫਰਮ। तेरा टाटा सारिया दा सांझा पंजाबी रेडियो यूएसए। पंजाबी रेडियो यूएसए। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
ਸੋ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਭਈ ਆਪਾਂ ਉਸ ਮੁਲਕ 'ਚ ਰਹਿੰਦੇ ਹਾਂ ਜਿੱਥੇ ਕੋਈ ਇੰਨਾ ਰੌਲਾ ਰੱਪਾ ਨਹੀਂ, ਪਰ ਪੂਰੀ ਦੁਨੀਆ ਦੇ ਵਿੱਚ ਇੰਨੀ ਜ਼ਿਆਦਾ ਹਫੜਾ ਦਫੜੀ ਮਚੀ ਹੋਆ। ਕਹਿੰਦੇ ਇਕੱਲੇ ਪਿਛਲੇ ਸਾਲ 70 ਮਿਲੀਅਨ ਲੋਕ ਜਿਹੜੇ ਆ ਵੱਖ-ਵੱਖ ਮੁਲਕਾਂ ਦੇ ਵਿੱਚੋਂ ਡਿਸਪਲੇਸ ਹੋਏ ਹੈਗੇ ਆ। ਕਿਤੇ ਲੜਾਈ ਚੱਲ ਰਹੀ ਆ, ਕਿਤੇ ਭੁੱਖਮਰੀ ਹੈਗੀ ਆ, ਕਿਤੇ ਗੈਂਗ ਵਾਇਲੈਂਸ ਹੈਗੀ ਆ। ਤੇ ਇਹ ਕਹਿੰਦੇ ਵੀ ਜਿਹੜਾ ਫਿਗਰ ਆ 23 ਲੱਖ ਉਹ ਤੋਂ ਪਿਛਲੇ ਸਾਲ ਨਾਲੋਂ ਜ਼ਿਆਦਾ ਹੈਗੇ ਆ, ਤੇ ਪਿਛਲੇ 20 ਸਾਲਾਂ ਦੇ ਵਿੱਚ ਇਹ ਫਿਗਰ ਜਿਹੜੇ ਆ ਡਬਲ ਹੋ ਗਏ ਆ। ਤੇ ਇੰਨਾ ਜ਼ਿਆਦਾ ਖਤਰਨਾਕ ਇਹ ਰੁਝਾਨ ਚੱਲ ਰਿਹਾ ਪੂਰੀ ਦੁਨੀਆ ਦੇ ਵਿੱਚ, ਇੰਨਾ ਅਨਰੈਸਟ ਚੱਲ ਰਿਹਾ। ਕਹਿੰਦੇ ਵੀ 37,000 ਲੋਕ ਐਵਰੀ ਡੇ ਜਿਹੜੇ ਆ ਡਿਸਪਲੇਸ ਹੋ ਰਹੇ ਹੈਗੇ ਆ। ਸਭ ਤੋਂ ਜ਼ਿਆਦਾ ਕਹਿੰਦੇ ਵੀ ਜਿਹੜਾ ਵੈਨਜ਼ੂਏਲਾ ਦੇ ਵਿੱਚੋਂ ਲੋਕ ਡਿਸਪਲੇਸ ਹੋਏ ਹੈਗੇ ਆ। 4 ਮਿਲੀਅਨ ਦੇ ਕਰੀਬ ਲੋਕ ਵੈਨਜ਼ੂਏਲਾ ਚੋਂ ਪਿਛਲੇ ਸਾਲ ਡਿਸਪਲੇਸ ਹੋਏ ਆ, ਜਿਨ੍ਹਾਂ ਚੋਂ 2,90,000 USA ਆ ਗਏ, 2,08,000 ਸਪੇਨ, 1 ਮਿਲੀਅਨ ਕੋਲੰਬੀਆ 'ਚ ਗਿਆ, ਤੇ ਪਨਾਮਾ, ਇਕਵਾਡੋਰ, ਪੈਰੂ, ਬ੍ਰਾਜ਼ੀਲ, ਚਿਲੀ, ਅਰਜਨਟੀਨਾ ਇਹਨਾਂ ਮੁਲਕਾਂ ਦੇ ਵਿੱਚ ਗਏ ਹੈਗੇ। ਇਸੇ ਤਰ੍ਹਾਂ ਅਫਗਾਨਿਸਤਾਨ ਤੋਂ ਵੀ ਬਹੁਤ ਡਿਸਪਲੇਸ ਹੋਏ ਹੈਗੇ ਆ। ਸੀਰੀਆ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਡਿਸਪਲੇਸ ਹੋਏ ਆ। ਤੇ ਜੇ ਦੱਸਦੇ ਜਾਈਏ ਕਹਿੰਦੇ ਵੀ ਸੀਰੀਆ ਦੇ ਵਿੱਚੋਂ 1,21,000 ਦੇ ਕਰੀਬ ਲੋਕ ਸਵੀਡਨ 'ਚ ਸੈਟਲ ਹੋਏ ਆ, 21,000 ਡੈਨਮਾਰਕ, 39,000 ਨੀਦਰਲੈਂਡ, ਜਰਮਨੀ 'ਚ 5,93,000 ਲੋਕ ਸੀਰੀਆ ਤੋਂ ਮੂਵ ਹੋਏ ਹੈਗੇ ਆ। ਸੋ ਜੇ ਦੇਖਿਆ ਜਾਵੇ ਵੀ ਕਿੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਉੱਥੋਂ ਮੂਵ। ਲੈਬਨਾਨ 'ਚ ਆਲਮੋਸਟ 1 ਮਿਲੀਅਨ ਦੇ ਕਰੀਬ ਲੋਕ ਜਿਹੜੇ ਆ ਮੂਵ ਹੋਏ ਹੈਗੇ ਆ। ਇਥੋਪੀਅਨ ਤੋਂ 1.5 ਮਿਲੀਅਨ ਜਿਹੜੀ ਹੈਗੀ ਆ ਲੋਕ ਉੱਥੋਂ ਡਿਸਪਲੇਸ ਹੋਏ ਆ। ਸੋ ਬਹੁਤ ਸਾਰੇ ਜਿਹੜੇ ਰੋਹਿੰਗਿਆ ਦੇ ਵਿੱਚੋਂ ਜਿਹੜੇ ਬੰਗਲਾਦੇਸ਼ ਦੇ ਵਿੱਚ ਬਹੁਤ ਸਾਰੇ ਲੋਕ ਚਲੇ ਗਏ। ਸੋ ਇਹ ਜਿਹੜੇ ਮੁਲਕ ਹੈਗੇ ਆ ਅਨਸਟੇਬਲ ਹੈਗੇ ਆ, ਤੇ ਇੰਨਾ ਵੱਡਾ ਜਿਹੜਾ ਫਿਗਰ ਹੈਗਾ ਆ 70 ਮਿਲੀਅਨ ਲੋਕਾਂ ਦਾ ਜਾਂ ਇੱਕ ਮੁਲਕ ਤੋਂ ਦੂਜੇ ਮੁਲਕ ਦੇ ਵਿੱਚ ਬਹੁਤੇ ਜਿਹੜੇ ਡਰ ਦੇ ਮਾਰੇ ਜਾਂ ਆਪਣੀ ਸੇਫਟੀ ਲਈ ਮੂਵ ਹੋਣਾ, ਇਹ ਇਨਸਾਨੀਅਤ ਲਈ ਖਤਰੇ ਦੀ ਘੰਟੀ ਆ। ਬਿਲਕੁਲ। ਹੁਣ ਦੂਜੇ ਮੁਲਕਾਂ ਜਾ ਕੇ ਬੰਬ ਸਿੱਟਣੇ ਆ, ਦੂਜੇ ਮੁਲਕਾਂ 'ਚ ਜਾ ਕੇ ਤਖਤੇ ਪਲਟਣੇ ਆ, ਉੱਥੇ ਸਿਵਲ ਵਾਰ ਹੋਣੀ ਆ, ਉੱਥੇ ਫਿਰ ਇਹ ਕੁਛ ਸਮੱਸਿਆਵਾਂ ਤਾਂ ਆਉਣੀਆਂ, ਤੇ ਬਾਅਦ ਦੇ ਵਿੱਚ ਆਪ ਉਹ ਕੁਛ ਕਰ ਲੈਣਾ, ਤੇ ਫਿਰ ਆਪਣੇ ਦਰਵਾਜ਼ੇ ਬੰਦ ਕਰ ਲੈਣੇ, ਕੰਧਾਂ ਉਸਾਰਨ ਦੀਆਂ ਗੱਲਾਂ ਕਰਨੀਆਂ। ਫਿਰ ਸਮੱਸਿਆ ਤਾਂ ਇਹ ਮੁਲਕਾਂ ਦੇ ਵਿੱਚ ਪੂਰੀ ਵਿਸ਼ਵ ਦੇ ਵਿੱਚ ਫੈਲਣੀ ਆ। ਹਰ ਇੱਕ ਨੂੰ ਆਪੋ ਆਪਣੀ ਜਿਹੜੀ ਆ ਉਹ ਪਈ ਹੋਈ ਆ, ਪਰ ਇਹਨਾਂ ਦੇ ਬਾਰੇ ਜਿਹੜਾ ਆ ਕੋਈ ਜਿਹੜਾ ਉਹ ਸੋਚ ਨਹੀਂ ਰਿਹਾ ਕਿਉਂ ਇੱਥੇ ਤੱਕ ਇਹਨਾਂ ਦੇ ਹਾਲਾਤ ਹੈ। ਨਹੀਂ ਤਾਂ ਪਹਿਲਾਂ ਰਹਿ ਹੀ ਰਹੇ ਸੀਗੇ ਇੰਨੇ ਲੋਕ ਆਪੋ ਆਪਣੇ ਮੁਲਕਾਂ ਦੇ ਵਿੱਚ। ਸੀਰੀਆ ਤਾਂ ਮੈਨੂੰ ਲੱਗਦਾ ਅੱਧੇ ਤੋਂ ਜ਼ਿਆਦਾ ਜਿਹੜਾ ਉਹ ਖਾਲੀ ਹੋ ਚੁੱਕਾ ਆ, ਤੇ ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਦੇ ਹਾਲਾਤ ਬੜੇ ਬਦ ਤੋਂ ਬੱਤਰ ਜਿਹੜੇ ਆ ਉਹ ਬਣਦੇ ਜਾ ਰਹੇ ਆ। ਸੋ ਇਹ ਇੱਦਾਂ ਦੀ ਜਿਹੜੀ ਸਿਚੁਏਸ਼ਨ ਬਣੀ ਪਈ ਆ, ਕੋਈ ਬਹੁਤੀ ਇਹ ਚੰਗੀ ਹਾਲਾਤ ਨਹੀਂ ਹੈਗੇ। ਜਿਹੜੇ ਵੱਡੇ ਮੁਲਕ ਆ ਉਹ ਜ਼ੋਰ ਆਪਣਾ ਅਜਮਾਇਸ਼ ਕਰ ਜਾਂਦੇ ਨੇ, ਪਰ ਇਹਨਾਂ ਦੇ ਨਾਲ ਜਿਹੜੀ ਫਿਰ ਕਿਤੇ ਨਾ ਕਿਤੇ ਜਿਹੜਾ ਉਹ ਧੱਕਾ ਹੋ ਜਾਂਦਾ ਆ, ਤੇ ਉਹ ਸਾਰਿਆਂ ਦੇ ਸਾਹਮਣੇ ਆ। ਤੇ ਹੁਣ ਗੱਲ ਇਹ ਆ ਵੀ ਉਹ ਉੱਥੇ ਸਾਰਾ ਕੁਝ ਮਲੀਆਮੇਟ ਹੋਣ ਤੋਂ ਬਾਅਦ 'ਚ ਵੀ ਹੁਣ ਕੋਈ ਉਹਨਾਂ ਨੂੰ ਅਸੈਪਟ ਕਰਕੇ ਰਾਜੀ ਨਹੀਂ ਆ। ਹਰ ਇੱਕ ਜਣਾ ਇਹੀ ਕਹਿੰਦਾ ਵੀ ਇਹ ਜਿੱਥੇ ਜਾਣਗੇ ਜੀ ਉਹਨਾਂ ਨੇ ਉੱਥੇ ਗੰਦ ਹੀ ਜਿਹੜਾ ਉਹ ਪਾਉਣਾ ਆ, ਤੇ ਵਿਚਾਰੇ ਜਾਣ ਤਾਂ ਫਿਰ ਹੁਣ ਜਾਣ ਕਿੱਥੇ, ਜਾਂ ਤਾਂ ਫਿਰ ਇਹਨਾਂ ਨੂੰ ਮੰਗਲ ਗ੍ਰਹਿ ਦੇ ਉੱਤੇ ਬਣਾ ਦਿਓ ਕੁਛ, ਤਾਂ ਵਿਚਾਰੇ ਚੱਲ ਜਾਣਗੇ ਉੱਥੇ। ਕੁਛ ਨਾ ਕੁਛ ਸੋਚਣ ਦੀ ਇਹ ਸਾਰਿਆਂ ਨੂੰ ਹੀ ਆਪਣੇ ਮਾਰਨ ਦੀ ਅਕਲ ਨੂੰ ਹੱਥ ਮਾਰਨ ਦੀ ਜ਼ਰੂਰਤ ਆ। ਤੇ ਜਿਹੜੇ ਖਾਸ ਕਰਕੇ ਸਰਕਾਰਾਂ ਦੇ ਉੱਤੇ ਇਹੋ ਜਿਹੀਆਂ ਚੀਜ਼ਾਂ ਦਾ ਦਬਾਅ ਪਾਉਣਾ ਚਾਹੀਦਾ ਵੀ ਭਾਈ ਬਾਕੀ ਮੁਲਕਾਂ ਦੇ ਵਿੱਚ ਜਾ ਕੇ ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈਗੀ ਕੁਛ ਰੌਲਾ ਰੱਪਾ ਜਿਹੜਾ ਉਹ ਕਰਨ ਦੀ। ਆਪੋ ਆਪਣੀਆਂ ਸਮੱਸਿਆਵਾਂ ਨੂੰ ਸਾਰਿਆਂ ਨੂੰ ਆਪੋ ਆਪਣੀ ਥਾਂ ਦੇ ਉੱਤੇ ਸੁਲਝਾ ਲੈਣ ਦਿਓ। ਜੇ ਹੁੰਦਾ ਤਾਂ ਠੀਕ ਹੈ, ਜੇ ਕੋਈ ਮਦਦ ਮੰਗਦਾ ਤਾਂ ਕਰੋ, ਨਹੀਂ ਤਾਂ ਧੱਕੇ ਨਾਲ ਜਾ ਕੇ ਮਦਦ ਵੀ ਜਿਹੜੀ ਉਹ ਕਰਨ ਦੀ ਜ਼ਰੂਰਤ ਨਹੀਂ ਹੈਗੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਸੈਕਟਰੀ ਆਫ ਡਿਫੈਂਸ ਦੇ ਲਈ ਪੈਟਰਿਕ ਸ਼ੈਨਾਹਨ ਦਾ ਜਿਹੜਾ ਉਹ ਨਾਮ ਆ ਰਿਹਾ ਸੀਗਾ। ਕੱਲ੍ਹ ਰਾਸ਼ਟਰਪਤੀ ਟਰੰਪ ਨੇ ਦੱਸਿਆ ਵੀ ਜਿਹੜੇ ਪੈਟਰਿਕ ਸ਼ੈਨਾਹਨ ਉਹਨਾਂ ਨੇ ਆਪਣਾ ਨਾਮ ਵਾਪਸ ਲੈ ਰਿਹਾ ਆ। ਵਾਪਸ ਉਹਨਾਂ ਨੇ ਇਸ ਲਈ ਨਾਮ ਲੈ ਲਿਆ ਕਿਉਂਕਿ ਉਹਨਾਂ ਦੇ ਉੱਤੇ ਡੋਮੈਸਟਿਕ ਵਾਇਲੈਂਸ ਦਾ ਇੰਸੀਡੈਂਟਸ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ ਦੇ ਪਰਿਵਾਰ ਦੇ ਵਿੱਚ ਤੇ ਉਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਆ ਉਹ ਚਾਨਣ ਦੇ ਵਿੱਚ ਆਈਆਂ ਸੀਗੀਆਂ। ਵਾਈਟ ਹਾਊਸ ਦੀ ਵੈਟਿੰਗ ਪ੍ਰੋਸੈਸ ਜਿਹੜੀ ਕਾਫੀ ਮੈਨੂੰ ਲੱਗਦਾ 72 ਜਿਹੜੀ ਹੋ ਚੁੱਕੀ ਆ, ਜਿਨ੍ਹਾਂ ਨੂੰ ਇਹੀ ਨਹੀਂ ਪਤਾ ਲੱਗਾ ਵੀ ਪੈਟਰਿਕ ਸ਼ੈਨਾਹਨ ਦੇ ਉੱਤੇ ਜਿਹੜਾ ਇੱਕ ਜਿਹੜਾ ਕੇਸ ਆ ਆਲਰੇਡੀ ਚੱਲ ਰਿਹਾ ਸੀਗਾ, ਜਿਸ ਨੂੰ ਬਾਅਦ ਦੇ ਵਿੱਚ ਹੋਰ ਰਿਪੋਰਟਰਸ ਆ ਉਹਨਾਂ ਨੇ ਸਾਹਮਣੇ ਲਿਆਂਦਾ। ਇਹ ਮੰਨਿਆ ਜਾਂਦਾ ਆ ਵੈਸੇ ਵੀ ਵਾਈਟ ਹਾਊਸ ਦੇ ਵਿੱਚ ਜਾਂ ਕਿਸੇ ਨੇ ਵੀ ਉੱਥੇ ਕੰਮ ਕਰਨਾ ਵੀ ਉਹਨਾਂ ਦੀ ਬੈਕਗਰਾਊਂਡ ਚੈੱਕ ਜਾਂ ਵੈਟਿੰਗ ਪ੍ਰੋਸੈਸ ਬਹੁਤ ਤਕੜਾ ਆ, ਪਰ ਇਹ ਅਜਿਹੀਆਂ ਕੁਝ ਚੀਜ਼ਾਂ ਤੋਂ ਇੱਦਾਂ ਹੀ ਸਾਹਮਣੇ ਆ ਰਿਹਾ ਆ। ਇਸ ਦੇ ਉੱਤੇ ਦੋਸ਼ ਆ ਇਸ ਦੀ ਵਾਈਫ ਦੇ ਵੱਲੋਂ, ਸ਼ੈਨਾਹਨ ਦੀ ਵਾਈਫ ਦੇ ਵੱਲੋਂ ਵੀ ਇਸ ਨੇ ਇਸਨੂੰ ਕੁੱਟਿਆ ਆ। ਤੇ ਇਹੀ ਨਹੀਂ, ਇੱਕ ਵਾਰੀ ਇਸ ਦੇ ਮੁੰਡੇ ਨੇ ਆਪਣੀ ਜਿਹੜੀ ਮਾਂ ਆ ਉਸ ਨੂੰ ਬੇਸਬਾਲ ਦੇ ਬੈਟ ਦੇ ਨਾਲ ਕੁੱਟਿਆ ਤੇ ਪੈਟਰਿਕ ਸ਼ੈਨਾਹਨ ਉੱਥੇ ਪਹੁੰਚਿਆ। 3 ਦਿਨਾਂ ਬਾਅਦ ਜਾ ਕੇ ਜਿਹੜਾ ਫਿਰ ਉਸ ਦਾ
ਮੁੰਡਾ ਆ ਉਹ ਪੁਲਿਸ ਦੇ ਹਵਾਲੇ ਜਿਹੜਾ ਉਹ ਹੋਇਆ, ਫੈਲਨੀ ਦੇ ਜਿਹੜੇ ਚਾਰਜ ਆ ਉਸ ਦੇ ਉੱਤੇ ਉਹ ਲੱਗੇ। ਸ਼ੈਨਾਹਨ ਨੇ ਇਹ ਨਹੀਂ ਉਦੋਂ ਕਹਿੰਦੇ ਵੀ ਸੋਚਿਆ ਸਮਝਿਆ ਵੀ ਉਸ ਉਹਦੇ ਮੁੰਡੇ ਨੇ ਆਪਣੀ ਮਾਂ ਨੂੰ ਬੇਸਬਾਲ ਦੇ ਨਾਲ ਕੁੱਟਿਆ ਆ ਤੇ ਵੀ ਉਸ ਨੂੰ ਪੁਲਿਸ ਦੇ ਹਵਾਲੇ ਜਿਹੜਾ ਉਹ ਕਰੇ। ਤੇ ਇਹ ਸਾਰੇ ਚੀਜ਼ਾਂ ਜਿਹੜੀਆਂ ਲਾਈਮਲਾਈਟ ਦੇ ਵਿੱਚ ਆਉਣ ਤੋਂ ਬਾਅਦ ਦੇ ਵਿੱਚ ਪੈਟਰਿਕ ਸ਼ੈਨਾਹਨ ਨੇ ਆਪਣਾ ਜਿਹੜਾ ਨਾਮ ਆ ਉਹ ਹੁਣ ਵਾਪਸ ਲੈ ਲਿਆ ਆ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਜਿਹੜੀ EPA ਆ, ਐਨਵਾਇਰਨਮੈਂਟਲ ਪ੍ਰੋਟੈਕਸ਼ਨ ਏਜੰਸੀ ਹੈਗੀ ਆ, ਉਹ ਓਬਾਮਾ ਏਅਰ ਦਾ ਜਿਹੜਾ ਕੋਲ ਐਗਰੀਮੈਂਟ ਸੀ ਉਹਨੂੰ ਰੋਲ ਓਵਰ ਕਰਨ ਜਾ ਰਹੇ ਆ, ਕਿਉਂਕਿ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਜਿਹੜਾ ਆ ਕੋਲ ਦੇ ਨਾਲ ਜਿਹੜਾ ਜਿੰਨੀ ਵੀ એનર્ਜੀ ਪ੍ਰੋਡਿਊਸ ਹੁੰਦੀ ਆ ਉਹਨੂੰ ਬਹੁਤ ਘਟਾਉਣ ਦੀ ਗੱਲ ਕੀਤੀ ਗਈ ਸੀ। ਉਹਦੇ ਤੇ ਪੂਰੀ ਜਿਹੜੇ ਰੂਲਸ ਵੀ ਚੇਂਜ ਕੀਤੇ ਗਏ ਸੀ ਤਾਂ ਕਿ ਜਿਹੜੀ ਆ ਪੋਲੂਸ਼ਨ ਜਿਹੜਾ ਤੇ এনवायरमेंट ਆਉਣ ਵਾਲੇ ਸਮੇਂ 'ਚ ਸੇਫ ਰਹੇ। ਪਰ এনवायरमेंटल ਪ੍ਰੋਟੈਕਸ਼ਨ ਏਜੰਸੀ ਦੇ ਜਿਹੜੇ ਨਵੇਂ ਹੈੱਡ ਹੈਗੇ ਆ ਐਂਡਰਿਊ ਵੀਲਰ, ਉਹਨਾਂ ਨੇ ਹੁਣ ਇਹ ਕਿਹਾ ਆ ਵੀ ਉਹ ਆਪਣੀ ਪਲਾਨ ਜਿਹੜੀ ਫਾਈਨਲਾਈਜ਼ ਕਰਨ ਜਾ ਰਹੇ ਆ, ਜਿਹਦੇ ਮੁਤਾਬਕ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੀ ਮਰਜ਼ੀ ਹੈਗੀ ਆ ਵੀ ਉਹਨਾਂ ਨੇ ਉਹ ਜਿਹੜੀ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਤੇ ਟਰੀਟੀ ਸਾਈਨ ਹੋਈ ਸੀ ਉਹਦੇ ਮੁਤਾਬਕ ਜਾਣਾ ਆ ਜਾਂ ਉਸ ਤੋਂ ਬੈਕ ਹੋਣਾ ਹੈਗਾ ਆ ਜੀ। ਪੈਰਿਸ ਅਕੋਰਡ ਡੀਲ ਦੇ ਵਿੱਚੋਂ ਜਿਹੜੇ ਆ ਅਮਰੀਕਾ ਉਹ ਬਾਹਰ ਆ ਚੁੱਕਾ ਆ। ਉਹ ਕਹਿੰਦੇ ਵੀ ਸਾਨੂੰ ਇਸ ਦੀ ਜਿਹੜੀ ਕੋਈ ਪਰਵਾਹ ਨਹੀਂ ਆ, ਬਾਕੀ ਮੁਲਕ ਜਿਨ੍ਹਾਂ ਨੇ ਜੋ ਕਰਨਾ ਕਰੀ ਜਾਣ, ਅਸੀਂ ਇਸ ਤਰੀਕੇ ਦੇ ਨਾਲ ਨਹੀਂ ਰਹਿਣਾ। ਇਹ ਕਲੀਨ ਕੋਲ ਪਤਾ ਨਹੀਂ ਇੱਕ ਨਵਾਂ ਇਹਨਾਂ ਨੇ ਸ਼ਬਦ ਜਿਹੜਾ ਉਹ ਇਜਾਦ ਕਰ ਲਿਆ ਵੀ ਕੋਲ ਕਿੱਦਾਂ ਕਲੀਨ ਹੋ ਸਕਦਾ ਜਦੋਂ ਇੰਨਾ ਪੋਲਿਊਸ਼ਨ ਉਹ ਕਰਦਾ ਆ। 2005 ਦੇ ਉਦੋਂ ਜਿਹੜਾ ਹਰਜੋਤ ਸਿੰਘ ਜੀ ਜਿਹੜਾ EPA ਜਿਹੜਾ ਓਬਾਮਾ ਦੇ ਕਾਰਜਕਾਲ ਦੇ ਦੌਰਾਨ ਇਹ ਸੀਗਾ ਵੀ 35% ਤੱਕ ਜਿਹੜੀਆਂ ਆਪਣੀਆਂ ਕਾਰਬਨ ਐਮਿਸ਼ਨਸ ਉਹਨਾਂ ਨੂੰ ਘਟਾਉਣ ਦੀ ਹਦਾਇਤ ਸੀਗੀ 2030 ਸਨ ਤੱਕ। 2005 ਦੇ ਵਿੱਚ ਜਿਹੜੇ ਲੈਵਲ ਸੀਗੇ ਉਸ ਦੇ ਉੱਤੋਂ ਕਹਿੰਦੇ ਵੀ ਪਿਛਲੇ ਸਾਲ ਦੇ ਮੁਤਾਬਕ US ਦੇ ਪਾਵਰ ਸੈਕਟਰ ਨੇ ਇਨਫੈਕਟ ਇਹ ਜਿਹੜੇ ਰੈਗੂਲੇਸ਼ਨ ਨੇ ਕੰਮ ਵੀ ਕੀਤਾ। 27% ਜਿਹੜੀਆਂ ਗ੍ਰੀਨ ਹਾਊਸ ਗੈਸ ਐਮਿਸ਼ਨਸ ਆ ਜਿਹਦੇ ਕਰਕੇ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਜਿਹੜਾ ਹੋ ਰਿਹਾ ਆ ਵੀ ਉਹ ਉਹਨਾਂ ਨੇ ਘਟਾ ਵੀ ਲਈਆਂ ਸੀਗੀਆਂ ਤੇ ਪਰ ਹੁਣ ਇਹ ਰੋਲ ਬੈਕ ਜਿਹੜਾ ਆ ਉਹ ਕਰਨ ਜਾ ਰਹੇ ਆ ਵੀ ਪਾ ਲਓ ਗੰਦ ਜਿੰਨਾ ਕਰ ਲਓ ਪੋਲਿਊਸ਼ਨ ਜਿੰਨਾ ਤੁਸੀਂ ਕਰਨਾ ਹੈ ਵੀ ਆਪਾਂ ਨੂੰ ਜਿਹੜੀ ਇਸ ਦੇ ਉੱਤੇ ਕੋਈ ਨਾ ਕੋਈ ਜਿਹੜੀ ਬਹੁਤੀ ਪਰਵਾਹ ਆ ਉਹ ਨਹੀਂ ਹੈਗੀ। ਤੇ ਇਸ ਤੋਂ ਇਲਾਵਾ ਵੈਸੇ ਇੰਡਸਟਰੀ ਦੇ ਜਿਹੜੇ ਕਈ ਪਲੇਅਰ ਹੈਗੇ ਉਹਨਾਂ ਨੇ ਆਪਣੇ ਨਿੱਜੀ ਤੌਰ ਦੇ ਉੱਤੇ ਵੀ ਇਹ ਵਾਅਦਾ ਕੀਤਾ ਸੀਗਾ ਵੀ ਅਸੀਂ ਜਿਹੜਾ 35 ਨਹੀਂ ਇਨਫੈਕਟ ਅਸੀਂ ਜਿਹੜਾ 40% ਤੱਕ 40 ਤੋਂ 60% ਤੱਕ ਜਿਹੜਾ ਆਪਣੇ ਕਾਰਬਨ ਐਮਿਸ਼ਨਸ ਆ ਉਹ ਉਹਨਾਂ ਨੂੰ 2030 ਤੱਕ ਘਟਾਵਾਂਗੇ, ਜਿਨ੍ਹਾਂ 'ਚ ਅਮਰੀਕਨ ਇਲੈਕਟ੍ਰਿਕ ਪਾਵਰ DTE ਡਿਊਕ ਐਨਰਜੀ ਸਦਰਨ ਕਾਰਪੋਰੇਸ਼ਨ ਆ ਉਹਨਾਂ ਨੇ ਆਖਿਆ ਸੀਗਾ। ਸੋ ਹੁਣ ਕਹਿੰਦੇ ਵੀ ਇਹ ਚੀਜ਼ਾਂ ਹੁਣ ਇੱਕ ਹਿਸਾਬ ਦੇ ਨਾਲ ਇੱਦਾਂ ਲੱਗਦਾ ਵੀ ਰੈਲੇਵੈਂਟ ਬਹੁਤੀਆਂ ਆ ਉਹ ਨਹੀਂ ਰਹਿਣਗੀਆਂ। ਸੋ ਜੇ ਦੱਸਦੇ ਜਾਈਏ ਵੀ ਇਹ ਲਗਾਤਾਰ ਜਿਹੜਾ ਗਰਮੈਸ਼ ਜਿਹੜੀ ਆ ਉਹ ਵੱਧ ਰਹੀ ਆ। ਕਹਿੰਦੇ ਵੀ ਇਹ ਇਸੇ ਲਈ ਰੈਗੂਲੇਸ਼ਨਸ ਲਾਈਆਂ ਗਈਆਂ ਸੀਗੀਆਂ ਵੀ ਜਿਹੜੀਆਂ ਓਵਰਆਲ ਗਲੋਬਲ ਟੈਂਪਰੇਚਰ ਆ ਉਹ 2 ਡਿਗਰੀ ਦੇ ਨਾਲੋਂ ਜਿਹੜਾ ਜ਼ਿਆਦਾ ਉਹ ਨਾ ਵਧੇ। ਤੇ ਕਹਿੰਦੇ ਵੀ ਜੇ 2 ਡਿਗਰੀ ਤੱਕ ਟੈਂਪਰੇਚਰ ਓਵਰਆਲ ਧਰਤੀ ਦਾ ਵੱਧ ਜਾਂਦਾ ਆ ਉਹਦੇ ਕਰਕੇ ਬਹੁਤ ਹੀ ਜ਼ਿਆਦਾ ਨੁਕਸਾਨ ਜਿਹੜਾ ਹੋਣਾ ਹੈ। ਜਿੱਥੇ ਰੇਗਿਸਤਾਨ ਆ ਉੱਥੇ ਹੋਰ ਵੱਧ ਤੋਂ ਬੱਤਰ ਹਾਲਾਤ ਹੋਣੇ, ਜਿਹੜੇ ਉਹਨਾਂ ਦੇ ਇਰਦ ਗਿਰਦ ਦੇ ਇਲਾਕੇ ਆ ਉੱਥੇ ਰੇਗਿਸਤਾਨ ਬਣੂਗਾ। ਬਹੁਤ ਥਾਵਾਂ ਦੇ ਉੱਤੇ ਜਿਹੜੇ ਖਾਸ ਕਰਕੇ ਕੋਸਟਲ ਇਲਾਕੇ ਆ ਪਾਣੀ ਰਾਈਜ਼ ਹੋਣ ਕਰਕੇ ਜਿਹੜੀ ਆਈਸ ਮੈਲਟ ਹੋਣ ਕਰਕੇ ਉੱਥੇ ਹੜ੍ਹਾਂ ਦੀਆਂ ਸੰਭਾਵਨਾਵਾਂ, ਟੋਰਨੇਡੋ ਜ਼ਿਆਦਾ, ਵਾਈਲਡ ਫਾਇਰਸ ਜੋ ਕਿ ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਉਹ ਸਾਰੀਆਂ ਚੀਜ਼ਾਂ ਉਹ ਹੋ ਰਹੀਆਂ ਨੇ। 99% ਤੋਂ ਵੱਧ ਜਿਹੜੇ ਸਾਇੰਸਦਾਨ ਆ ਇਸ ਚੀਜ਼ ਨੂੰ ਮੰਨਦੇ ਨੇ, ਪਰ ਕੁਛ ਕੁ ਜਿਹੜੇ ਪੋਲੀਟੀਸ਼ੀਅਨ ਆ ਜਿਨ੍ਹਾਂ 'ਚ ਆਪਣੇ ਰਾਸ਼ਟਰਪਤੀ ਵੀ ਆਉਂਦੇ ਆ ਉਹ ਇਸ ਚੀਜ਼ ਨੂੰ ਮੰਨ ਕੇ ਉਸ ਚੀਜ਼ ਤੋਂ ਇਨਕਾਰੀ ਆ ਵੀ ਕਲਾਈਮੇਟ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਚੇਂਜ ਉਹ ਨਹੀਂ ਹੋਇਆ ਜੀ। ਸੋ ਬਿਲਕੁਲ ਮਾਰਚ 2017 ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਪਹਿਲਾ ਜਿਹੜਾ ਆਪਣਾ ਇੱਕ ਤਰ੍ਹਾਂ ਨਾਲ ਕੋਲ ਮਾਈਨਰਸ ਦੇ ਨਾਲ ਸਾਈਡ ਦੇ ਉੱਤੇ ਉਹ ਖੜੇ ਸੀਗੇ। ਉਦੋਂ ਉਹਨਾਂ ਨੇ ਜਦੋਂ ਪ੍ਰੈਜ਼ੀਡੈਂਟ ਬਣੇ ਆ ਉਹਨਾਂ ਦਾ ਪਹਿਲਾ ਜਿਹੜਾ ਐਕਟ ਇਹ ਸੀ ਜਨਵਰੀ 'ਚ ਉਹ ਬਣੇ ਆ ਤੇ ਮਾਰਚ 2017 ਦੇ ਵਿੱਚ EPA ਨੂੰ ਉਹਨਾਂ ਨੇ ਡਾਇਰੈਕਟ ਕੀਤਾ ਸੀ ਵੀ ਜਿਹੜਾ ਪ੍ਰੈਜ਼ੀਡੈਂਟ ਓਬਾਮਾ ਟਾਈਮ ਦਾ ਜਿਹੜਾ ਰੂਲ ਆ ਉਹਨੂੰ ਸਕ੍ਰੈਪ ਕੀਤਾ ਜਾਵੇ। ਪਰ ਇਹਦੇ ਸੰਬੰਧ ਦੇ ਵਿੱਚ ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਟੀਆ ਜੇਮਸ ਜਿਹੜੇ ਆ ਉਹਨਾਂ ਨੇ ਕਿਹਾ ਆ ਵੀ ਅਸੀਂ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਇਸ ਮਾਮਲੇ ਦੇ ਉੱਤੇ ਸੂ ਕਰਾਂਗੇ ਕਿਉਂਕਿ ਇਹ ਜਿਹੜਾ ਆ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਸ ਆ ਉਹਨਾਂ ਦੀ ਸੇਫਟੀ ਤੇ ਹੈਲਥ ਨੂੰ ਅਫੈਕਟ ਕਰੇਗਾ ਜੀ। ਆਪਾਂ ਦੇਖ ਰਹੇ ਹਾਂ ਵੀ ਬਹੁਤ ਸਾਰੇ ਇਨਫੈਕਟ ਮੁਲਕਾਂ ਦੇ ਵਿੱਚ ਜਿਹੜੇ ਵਿਦਿਆਰਥੀ ਨੇ, ਸਟੂਡੈਂਟਸ ਨੇ, ਉਹ ਕਲਾਈਮੇਟ ਚੇਂਜ ਨੂੰ ਲੈ ਕੇ ਐਕਸ਼ਨ ਦੀ ਡਿਮਾਂਡ ਜਿਹੜੀ ਆ ਉਹ ਕਰ ਰਹੇ ਨੇ। ਬਹੁਤ ਸਾਰੇ ਜਿਹੜੇ ਪੋਲੀਟੀਸ਼ੀਅਨਾਂ ਤੋਂ ਉਹਨਾਂ ਤੋਂ ਨਿਰਾਸ਼ ਨੇ ਵੀ ਇਹ ਕਾਰਜ ਜਿਹੜੇ ਉਹ ਕੁਛ ਨਹੀਂ ਰਹੇ ਕਿਉਂਕਿ ਉਹਨਾਂ ਨੂੰ ਪਤਾ ਆਪ ਤਾਂ ਇਹਨਾਂ ਨੇ ਜੀਵਨ ਹੰਢਾ ਲਏ ਆ,
ਹੁਣ ਸਾਡੇ ਲਈ ਇਹਨਾਂ ਨੇ ਜਿਹੜਾ ਇੱਥੇ ਛੱਡ ਕੇ ਕੁਝ ਨਹੀਂ ਜਾਣਾ, ਹਾਲਾਤ ਜਿਹੜੇ ਬਦ ਤੋਂ ਬੱਤਰ ਜਿਹੜੇ ਆ ਉਹ ਕਰਕੇ ਜਾ ਰਹੇ ਨੇ। ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਆ, ਨਿਊਯਾਰਕ ਦਾ ਅਟਰਨੀ ਉਹ ਅਲਡਰਾਡੋ ਕਾਉਂਟੀ ਜਿਹੜੀ ਇੱਥੇ ਹੈਗੀ ਹੈ ਸੈਕਰਾਮੈਂਟੋ ਦੇ ਵਿੱਚ, ਉਸ ਵਿੱਚ ਇੱਕ ਡਰੱਗ ਆਪਰੇਸ਼ਨ ਰਨ ਕਰਦਾ ਹੋਇਆ ਉਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਆ। ਸੈਕਰਾਮੈਂਟੋ ਕਾਉਂਟੀ ਜੇਲ੍ਹ ਦੇ ਵਿੱਚ ਕਹਿੰਦੇ ਇਸ ਟਾਈਮ ਇਸ ਨੂੰ ਰੱਖਿਆ ਗਿਆ ਆ। ਮਨੀਸ਼ ਪਟੇਲ ਨਾਂ ਦਾ ਇਹ ਜਿਹੜਾ ਮੁੰਡਾ ਹੈ, 33 ਸਾਲ ਇਸ ਦੀ ਉਮਰ ਆ। ਨਿਊਯਾਰਕ ਦੇ ਵਿੱਚ ਜਿਹੜੀ ਇੱਕ ਫਰਮ ਦੇ ਲਈ ਉਹ ਕੰਮ ਕਰਦਾ ਆ, ਅਤੇ ਉਹ ਫਰਮ ਵੀ ਕਿਤੇ ਨਾ ਕਿਤੇ ਜਿਹੜੇ ਕੈਨਬਸ ਦੇ ਨਾਲ ਸੰਬੰਧਿਤ ਕਈ ਕੇਸ ਜਿਹੜੇ ਉਹ ਹੈਂਡਲ ਕਰਦੀ ਸੀ। ਹਨੀ ਆਇਲ ਕਰਕੇ ਜਿਹੜਾ ਇਹ ਬਣਾਉਂਦਾ ਸੀ, ਜਿਸ ਦੇ ਵਿੱਚ ਮੈਰੀਜੁਆਨਾ ਦੀ ਵਰਤੋਂ ਜਿਹੜੀ ਉਹ ਕੀਤੀ ਜਾਂਦੀ ਹੈ। ਗ੍ਰੇਨਾਈਟ ਬੇ ਦੇ ਵਿੱਚ ਕਹਿੰਦੇ $multi-million ਹੋਮ ਦੇ ਵਿੱਚ ਰਹਿੰਦਾ ਸੀਗਾ, ਅਤੇ ਜਿੱਥੋਂ ਕਿ ਜਿਹੜੇ ਹਰਜੋਤ ਸਿੰਘ ਜੀ ਇਹ ਪਤਾ ਲੱਗਾ ਵੀ ਅਜਿਹੇ ਜਿਹੜੇ ਪਦਾਰਥ ਇਹ ਹਨੀ ਆਇਲ ਜਿਹੜੇ ਕੈਨਬਸ ਦੇ ਨਾਲ ਅਤੇ ਮੈਰੀਜੁਆਨਾ ਦੇ ਨਾਲ ਰਿਲੇਟਡ ਜਿਹੜੇ ਬਣਾਇਆ ਜਾਂਦਾ ਆ, ਉਹ ਚੀਜ਼ਾਂ ਜਿਹੜਾ ਆ ਉਹ ਫੜਿਆ ਗਿਆ ਆ, ਅਤੇ ਹੁਣ ਜਿਹੜਾ ਇਸ ਨੂੰ ਗ੍ਰਿਫਤਾਰ ਕਰਕੇ ਰੱਖਿਆ ਗਿਆ, ਅਤੇ ਬੇਲ ਦੀ ਕਹਿੰਦੇ ਕੋਈ ਐਲੀਜੀਬਿਲਟੀ ਇਸ ਦੀ ਨਹੀਂ ਹੈਗੀ ਆ। ਉਸ ਦੇ ਨਾਲ ਕਹਿੰਦੇ ਉੱਦਾਂ ਇੰਟਰਵਿਊ ਦੇ ਲਈ ਆਖਿਆ ਸੀਗਾ ਜਿਹੜੇ ਉੱਥੇ ਦਾ ਹੈਗਾ ਆ CBS ਵਾਲੇ ਜਿਹੜੇ ਹੈਗੇ ਨੇ, ਪਰ ਉਸਨੇ ਇਨਕਾਰ ਜਿਹੜਾ ਉਹ ਕਰ ਦਿੱਤਾ ਸੀਗਾ। ਕਹਿੰਦੇ ਵੀ ਜਦੋਂ ਘਰੇ ਉਹਨਾਂ ਦੇ ਸਰਚ ਵਾਰੰਟ ਲੈ ਕੇ ਉੱਥੇ ਗਏ ਸੀਗੇ, ਅਤੇ ਉਹਨਾਂ ਨੇ ਮੈਰੀਜੁਆਨਾ, ਬਿਊਟੇਨ ਫਿਊਲ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਅਜਿਹਾ ਆਇਲ ਬਣਾਉਣ ਦੇ ਲਈ ਯੂਜ਼ ਕੀਤੀਆਂ ਜਾਂਦੀਆਂ ਆ, ਉਸ ਨੂੰ ਫੜਿਆ ਗਿਆ ਸੀਗਾ। ਅਤੇ ਜਿਹੜੇ ਡਿਪਟੀ ਸ਼ੈਰਿਫ ਹੈਗੇ ਸੀਗੇ ਪਟੇਲ ਨੂੰ, ਉਹਨਾਂ ਨੇ ਜਿਹੜੇ ਬੀਤੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ ਸੀ ਜੀ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਅਮਰੀਕਾ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਜਿਹੜੀ ਆ ਡਰੱਗ ਵਸਟ ਹੋਈ ਹੈਗੀ ਆ। ਫਿਲਾਡੈਲਫੀਆ ਦੇ ਵਿੱਚ ਇੱਕ ਸ਼ਿਪ ਦੇ ਵਿੱਚੋਂ 30 ਜਿਹੜੀ ਟਨ ਦੇ ਕਰੀਬ 16 ਟਨ ਦੇ ਕਰੀਬ ਕਹਿੰਦੇ ਵੀ ਜਿਹੜੀ ਆ 34,000 ਪਾਉਂਡ ਬਣਦੀ ਹੈਗੀ ਆ ਕੋਕੀਨ ਫੜੀ ਗਈ ਹੈਗੀ ਆ, ਜਿਸ ਦੀ ਬਾਜ਼ਾਰੀ ਕੀਮਤ ਤਕਰੀਬਨ $1 ਬਿਲੀਅਨ ਜਿਹੜੀ ਆ ਉਹ ਦੱਸੀ ਗਈ ਆ। ਤੇ ਕਹਿੰਦੇ ਇਹ ਜਿਹੜਾ ਜਹਾਜ਼ ਆ MSC ਗਾਇਨ ਕਰਕੇ ਇਸ ਦਾ ਨਾਮ ਸੀਗਾ, ਤੇ ਜਹਾਜ਼ ਚਿਲੀ ਤੋਂ ਯੂਰਪ ਵੱਲ ਨੂੰ ਜਿਹੜਾ ਉਹ ਜਾ ਰਿਹਾ ਸੀਗਾ। ਤੇ ਇਸ ਸਮੁੰਦਰੀ ਜਹਾਜ਼ ਦੇ ਅਮਲੇ ਦੇ ਜਿਹੜੇ ਵੀ ਮੈਂਬਰ ਸੀਗੇ ਉਹਨਾਂ ਨੂੰ ਫੈਡਰਲ ਕਾਨੂੰਨ ਦੇ ਅਧੀਨ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਆ। ਤੇ ਹੁਣ ਡਰੱਗ ਦੀ ਕਹਿੰਦੇ ਪੂਰੀ ਤਰ੍ਹਾਂ ਪਰਖ ਜਿਹੜੀ ਉਹ ਕੀਤੀ ਜਾ ਰਹੀ ਆ, ਤੇ ਅਧਿਕਾਰੀਆਂ ਦਾ ਜਿਹੜਾ ਕਹਿੰਦੇ ਇਹੀ ਕਹਿਣਾ ਆ ਵੀ ਇੰਨੀ ਭਾਰੀ ਮਾਤਰਾ ਦੇ ਵਿੱਚ ਡਰੱਗ ਫੜੇ ਜਾਣ ਦਾ ਇਹ ਰਿਕਾਰਡ ਜਿਹੜਾ ਆ ਉਹ ਬਣਿਆ ਹੈਗਾ ਆ ਜੀ। ਬਿਲਕੁਲ, ਕਹਿੰਦੇ ਵੀ 34,000 ਪਾਉਂਡ ਫੜ ਲਈ ਆ, ਤੇ ਐਕਸਪੈਕਟ ਕਰ ਰਹੇ ਆਫੀਸ਼ੀਅਲੀ ਕਹਿੰਦੇ ਮੇਬੀ 30 ਟਨ ਹੋਰ ਹੋਵੇ ਉਹਦੇ ਚ। ਸੋ ਸਾਰੇ ਉਹ ਸ਼ਿਪ ਨੂੰ ਚੈੱਕ ਕਰ ਰਿਹਾ, ਕਿਉਂਕਿ ਉਹ ਸ਼ਿਪ ਵੀ ਉਹਨੇ ਚੰਗਾ ਘੁਮਾਇਆ, ਚਿਲੀ ਤੋਂ ਪੇਰੂ, ਫਿਰ ਪੇਰੂ ਤੋਂ ਪਨਾਮਾ ਤੋਂ ਬਹਾਮਾਸ, ਤੇ ਫਿਰ ਫਿਲਾਡੈਲਫੀਆ ਨੂੰ। ਤੇ ਜਿਹੜੀ ਡਰੱਗ ਲੋਡ ਜੀ ਜਿਹੜੀ ਡਰੱਗ ਲੋਡ ਕੀਤੀ ਆ ਉਹ ਕਹਿੰਦੇ 6-7 ਦੇ ਕਰੀਬ ਜਿਹੜੀਆਂ ਛੋਟੀਆਂ ਬੋਟਸ ਸੀਗੀਆਂ ਉਹਨਾਂ ਤੋਂ ਰਸਤੇ ਸਮੁੰਦਰ ਦੇ ਵਿੱਚ ਜਿਹੜੀ ਆ ਚੱਲਦੇ ਵਿੱਚ ਜਿੱਦਾਂ ਜਿਹੜਾ ਉਹਨਾਂ ਨੇ ਲੋਡਿੰਗ ਕਰ ਲਈ ਸੀ। ਤੇ ਦੇਖੋ ਵੀ ਜੇ ਕਿਤੇ ਅਮਰੀਕਾ ਪਹੁੰਚਦੀ ਤੇ 34,000 ਪਾਉਂਡ ਕਿੰਨਾ ਬੱਚਿਆਂ ਦੇ ਕਿੰਨਾ ਦੇ ਲੋਕਾਂ ਕੋਲ ਜਾਣੀ ਸੀ, ਤੇ ਕਿੰਨਿਆਂ ਦੀ ਜਿਹੜੀ ਇਹ ਮੌਤ ਹੋਣੀ ਸੀ। ਬਿਲਕੁਲ ਜੀ, ਮੌਤ ਦਾ ਇਹ ਘਰ ਬਣਨਾ ਸੀ। ਮਈ ਮਹੀਨੇ ਦੇ ਵਿੱਚ ਹੀ ਕਹਿੰਦੇ ਫਿਲਾਡੈਲਫੀਆ ਦੀ ਬੰਦਰਗਾਹ ਤੋਂ 450 ਕਿਲੋ ਕੋਕੇਨ ਵੀ ਜਿਹੜੀ ਆ ਉਹ ਫੜੀ ਗਈ ਸੀ। ਮਾਰਚ ਵਿੱਚ ਕੋਕੇਨ ਦੀਆਂ ਜਿਹੜੀਆਂ ਆ ਤਕਰੀਬਨ 1,150 ਪਾਉਂਡ ਭਾਰ ਦੀਆਂ ਉਦੋਂ ਇੱਟਾਂ ਫੜੀਆਂ ਗਈਆਂ, ਜਿਨ੍ਹਾਂ ਦੀ ਕੀਮਤ ਉਦੋਂ $28 ਮਿਲੀਅਨ ਜਿਹੜੀ ਆ ਉਹ ਦੱਸੀ ਜਾ ਰਹੀ ਆ। ਜਿਹੜੇ ਅਧਿਕਾਰੀ ਉੱਥੇ ਕੰਮ ਕਰ ਰਹੇ ਪਿਛਲੇ 21 ਸਾਲਾਂ ਤੋਂ, ਤੇ ਉਹਨਾਂ ਨੇ ਇੰਨੀ ਭਾਰੀ ਮਾਤਰਾ ਦੇ ਵਿੱਚ ਉਸ ਟਾਈਮ ਦੇ ਤੇ ਕੋਕੇਨ ਜਿਹੜੀ ਫੜੀ ਸੀ, ਪਰ ਇਸ ਨੇ ਤਾਂ 16.5 ਟਨ ਦੀ ਜਿਹੜੀ ਇਹ ਫੜੀ ਗਈ ਆ ਸਮੁੰਦਰੀ ਜਹਾਜ਼ ਦੇ ਵਿੱਚ। ਇਹਨੇ ਸਾਰੇ ਹੀ ਰਿਕਾਰਡ ਜਿਹੜੇ ਆ ਉਹ ਤੋੜ ਦਿੱਤੇ ਨੇ। ਹਾਲਾਤ ਬਹੁਤ ਜਿਹੜੇ ਆ ਉਹ ਇਸ ਤਰੀਕੇ ਦੇ ਨਾਲ ਜਿਹੜੇ ਮਾੜੇ ਹੋਏ ਨੇ। ਅੰਤਰਰਾਸ਼ਟਰੀ ਪੱਧਰ ਦੇ ਉੱਤੇ, ਕੌਮੀ ਪੱਧਰ ਦੇ ਉੱਤੇ ਇਹ ਜਿਹੜੀ ਡਰੱਗ ਦੀ ਸਮੱਸਿਆ ਆ, ਇਸ ਨੇ ਬਹੁਤ ਜ਼ਿਆਦਾ ਜਿਹੜੇ ਘਰ ਆ ਉਹ ਬਰਬਾਦ ਕਰ ਦਿੱਤੇ, ਤੇ ਅਜੇ ਇਹਨੇ ਬਹੁਤ ਕਰਨੇ ਨੇ। ਬਚ ਕੇ ਰਹੋ, ਜਿੰਨਾ ਸਾਂਭ ਸਕਦੇ ਹੋ ਸਾਂਭ ਲਓ। ਆਪਾਂ ਜੇ ਇਸ ਦੇ ਨਾਲ ਹੀ ਸੰਬੰਧਿਤ ਕਰਦੇ ਜਾਈਏ, ਕੱਲ੍ਹ ਇੱਕ ਜਿਹੜੀ ਆਪਾਂ ਵੀਡੀਓ ਪੋਸਟ ਕੀਤੀ ਵੀ ਕਿੰਨੀ ਉਸ ਦੇ ਵਿੱਚ ਆਪਾਂ ਨੂੰ ਸਾਹਮਣੇ ਪਤਾ ਲੱਗ ਰਿਹਾ, ਦੇਖ ਰਹੇ ਹਾਂ ਵੀ ਕਿੱਦਾਂ ਇੱਕ ਜਿਹੜਾ ਪੰਜਾਬੀ ਮੁੰਡਾ ਆ ਜਿਹੜਾ ਨਾਰਥ ਅਮਰੀਕਾ ਦੇ ਵਿੱਚ ਆ, ਉਹ ਪੰਜਾਬ ਨਹੀਂ ਨਾਰਥ ਅਮਰੀਕਾ ਆ,
ਵੀ ਉਹ ਕਿਸ ਤਰੀਕੇ ਨਾਲ ਓਵਰਡੋਜ਼ ਕਰ ਰਿਹਾ ਪਾਰਕ ਦੇ ਵਿੱਚ, ਤੇ ਪਾਰਕ ਦੇ ਵਿੱਚ ਉਸ ਦੀ ਉੱਦਾਂ ਜਿਹੜੇ EMT ਵਾਲੇ ਹੈਲਪ ਤਾਂ ਜਿਹੜੀ ਉਹ ਕਰ ਰਹੇ ਨੇ, ਪਰ ਇਹ ਸਿਚੁਏਸ਼ਨ ਇੱਥੇ ਤੱਕ ਜਿਹੜੀ ਆ ਤੁਹਾਡੇ ਘਰਾਂ ਦੇ ਵਿੱਚ, ਆਂਢ ਗੁਆਂਢ ਦੇ ਵਿੱਚ ਇਹ ਪਹੁੰਚ ਚੁੱਕੀ ਹੋਈ ਆ। ਇਸ ਨੂੰ ਬਚਾ ਲਓ। ਪੰਜਾਬ ਵਾਲਿਆਂ ਨੂੰ ਇਕੱਲੀਆਂ ਗਾਲਾਂ ਕੱਢਦੇ ਨਾ ਰਹਿ ਜਿਓ, ਇੱਥੇ ਦੇ ਨਿਆਣਿਆਂ ਦਾ ਵੀ ਇਹੀ ਹਾਲ ਨਾ ਜੇ ਕਿਤੇ ਹੋ ਜਾਵੇ। ਕਿਤੇ ਨਿਆਣਿਆਂ ਨੂੰ ਟਾਈਮ ਦੇ ਲਓ, ਪਤਾ ਲੱਗ ਜਾਵੇ ਵੀ ਕੀ ਕਰਦੇ ਨੇ ਕੀ ਨਹੀਂ ਕਰਦੇ, ਨਹੀਂ ਤਾਂ ਬਸ ਇੱਦਾਂ ਹੀ ਓਵਰਡੋਜ਼ਾਂ ਦੀਆਂ ਇੱਥੇ ਖਬਰਾਂ ਆਪਾਂ ਦੂਜੀ ਕਮਿਊਨਿਟੀ ਦੀਆਂ ਸੁਣਦੇ ਹਾਂ, ਆਪਣਿਆਂ ਦੀਆਂ ਆਉਣੀਆਂ ਜਿਹੜੀਆਂ ਉਹ ਸ਼ੁਰੂ ਹੋ ਜਾਣੀਆਂ, ਆਲਰੇਡੀ ਹੋ ਰਹੀਆਂ ਨੇ। ਇਸ ਤੋਂ ਪਹਿਲਾਂ ਵੀ ਇਹ ਸਮੱਸਿਆ ਜਿਹੜੀ ਬਹੁਤ ਜ਼ਿਆਦਾ ਜਿਹੜੀ ਆ ਕਹਿ ਲਓ ਵੀ ਸਿਰੋਂ ਪਾਣੀ ਲੰਘ ਜਾਵੇ, ਇਸ ਨੂੰ ਸਾਂਭ ਲਓ, ਇਸ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਚਾਰ ਕਰਕੇ ਭਾਈ ਇਸ ਦੇ ਉੱਤੇ ਕੰਟਰੋਲ ਕਰ ਲਓ, ਕਾਬੂ ਪਾ ਲਓ। ਨਹੀਂ ਤਾਂ ਇੱਥੇ ਵੀ ਉੱਥੇ ਵੀ ਆਪਾਂ ਨੌਜਵਾਨਾਂ ਨੂੰ ਰੋਂਦੇ ਆ, ਇੱਥੇ ਵੀ ਫਿਰ ਨੌਜਵਾਨਾਂ ਨੂੰ ਰੋਵਾਂਗੇ ਫਿਰ ਆਪਾਂ ਵੀ ਕੀ ਬਣੀ ਜਾਂਦਾ ਹੈ। ਬਿਲਕੁਲ ਸ਼ੋ ਆਪ ਬੜੇ ਬੜੇ ਘਰ ਬੜੇ ਬੜੀਆਂ ਕਾਰਾਂ ਤੋਂ ਬਚੋ, ਖਾਸ ਕਰਕੇ ਜਿਹੜਾ ਹਾਈਵੇ 99 ਆ ਯੂਬਾ ਸਿਟੀ ਤੋਂ ਲੈ ਕੇ ਬੇਕਰਸਫੀਲਡ ਤੱਕ, ਹੁਣ ਪੁਲਿਸ ਵਾਲਿਆਂ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਵੀ ਜਿੰਨੇ ਵੀ ਇਹ ਟਾਊਨ ਆਉਂਦੇ ਆ, ਯੂਬਾ ਸਿਟੀ, ਸੈਕਰਾਮੈਂਟੋ, ਇੱਧਰ ਸਟਾਕਟਨ, ਮੋਡੈਸਟੋ, ਟਰਲੈਕ, ਫ੍ਰਿਜ਼ਨੋ ਤੇ ਬੇਕਰਸਫੀਲਡ ਤੱਕ ਬਹੁਤ ਸਾਰੇ ਜਿਹੜੇ ਪੰਜਾਬੀ ਆ ਉਹ ਡਰੱਗ ਦੇ ਵਿੱਚ ਇਨਵੋਲਵ ਹੈਗੇ ਆ। ਸੋ ਇਹ ਖਬਰਾਂ ਆਉਣੀਆਂ ਸ਼ੁਰੂ ਹੋਣੀਆਂ ਤੇ ਇਹ ਕੋਈ ਬਾਲਾ ਗੁੱਡ ਨਹੀਂ ਹੈਗਾ, ਉਹਦੇ ਨਾਲ ਪੂਰੀ ਕਮਿਊਨਿਟੀ ਦੀ ਬਦਨਾਮੀ ਵੀ ਹੋਣੀ ਆ। ਤੇ ਇੱਕ ਜਿਹੜੇ ਆ ਪਰਿਵਾਰ, ਉਹਨਾਂ ਦੇ ਬੱਚੇ ਜਿਹੜੇ ਇੱਦਾਂ ਹੋ ਰਹੇ ਹੈਗੇ ਆ, ਇੱਕ ਤਾਂ ਪਹਿਲਾਂ ਹੀ ਆ ਵੀ ਆਪਣੇ ਪੰਜਾਬੀਆਂ ਦੇ ਜਿਹੜੇ ਬੱਚੇ ਆ ਬਹੁਤ ਥੋੜ੍ਹੇ ਆ, ਕਿਸੇ ਦਾ 1 ਆ, ਕਿਸੇ ਦਾ 2 ਆ, ਤੇ ਜੇ ਉਹ ਹੀ ਇੱਦਾਂ ਜਾਂਦੇ ਆ ਤੇ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਉਹ ਰੁਲ ਜਾਂਦਾ ਆ। ਜੀ ਬਿਲਕੁਲ। ਤੇ ਸਮਾਂ ਦਿਆ ਕਰੋ, ਵੱਡੀਆਂ ਚੀਜ਼ਾਂ, ਮਹਿੰਗੇ ਵੱਡੇ ਉੱਚੇ ਘਰ, ਉੱਚੀਆਂ ਗੱਡੀਆਂ, ਇਹ ਚੀਜ਼ਾਂ ਦੇ ਵੱਲ ਨੂੰ ਜਦੋਂ ਪਿੱਛੇ ਭੱਜੋਗੇ, ਆਪਣੀ ਤੁਹਾਡੀ ਜਿਹੜੀ ਅਸਲੀ ਜਗੀਰ ਹੈਗੀ, ਜਿਹੜੇ ਤੁਹਾਡੇ ਬੱਚੇ ਆ, ਉਹਨਾਂ ਤੋਂ ਤੁਸੀਂ ਦੂਰ ਹੋਣਾ ਆ। ਤੇ ਉਸ ਦੌੜ ਦੇ ਵਿੱਚ ਜਿਹੜੇ ਬੱਚੇ ਆ ਫਿਰ ਗਲਤ ਕਦਮ, ਪੀਅਰ ਪ੍ਰੈਸ਼ਰ ਤੇ ਹੋਰ ਕਈ ਚੀਜ਼ਾਂ ਦੇ ਕਰਕੇ ਇਸ ਡਰੱਗ ਦੀ ਸਮੱਸਿਆ ਵੱਲ ਨੂੰ ਉਹ ਵੱਧਦੇ ਆ। ਤੇ ਇਹ ਸਮੱਸਿਆ ਲੋਕਾਂ ਦੇ ਘਰਾਂ ਤੱਕ ਜਿਹੜੀ ਉਹ ਪਹੁੰਚ ਰਹੀ ਆ। ਲੋਕ ਚੁੱਪ ਨੇ, ਦੱਸਦੇ ਨਹੀਂ ਆ। ਇਹ ਇੱਕ ਜਿਹੜੀ ਵੱਡੀ ਗੱਲ ਆ। ਕਾਰਨ ਉਸ ਦੇ ਪਿੱਛੇ ਕੀ ਆ ਵੀ ਆਪਣੀ ਕਮਿਊਨਿਟੀ ਬੜੀ ਟੌਕਸਿਕ ਇਸ ਚੀਜ਼ ਦੇ ਵਿੱਚ ਹੈਗੀ, ਇੱਕ ਦੂਜੇ ਨੂੰ ਗਾਲਾਂ ਕੱਢਣ ਲੱਗ ਜਾਂਦੀ ਆ ਵੀ ਆ ਤੁਹਾਡੇ ਨਿਆਣੇ ਨੇ ਇਹ ਕਰਤਾ ਉਹ ਕਰਤਾ, ਰਾਦਰ ਦੈਨ ਇਹੋ ਜਿਹੇ ਮੌਕੇ ਦੇ ਉੱਤੇ ਪਰਿਵਾਰਾਂ ਨੂੰ ਸਾਥ ਦੀ ਜਿਹੜੀ ਜ਼ਰੂਰਤ ਹੁੰਦੀ। ਦੇਖੋ ਇਹ ਹੁਣ ਜਿਹੜੀ ਪ੍ਰੋਬਲਮ ਆ ਗਈ, ਹੁਣ ਬਿਮਾਰੀ ਦਾ ਇਲਾਜ ਵੀ ਆਪਾਂ ਕਰਦੇ ਆ, ਕਿਸੇ ਨੂੰ ਬਲੱਡ ਪ੍ਰੈਸ਼ਰ ਆ, ਕਿਸੇ ਨੂੰ ਸ਼ੂਗਰ ਆ, ਕਿਸੇ ਨੂੰ ਕੁਛ ਆ, ਬੰਦਾ ਕੋਈ ਦਵਾਈ ਲੈਂਦਾ, ਕੋਈ ਕੁਛ ਕਰਦਾ ਹੈ। ਹਾਂ ਚਲੋ ਗਲਤੀ ਹੋਈ ਆ ਉਹਨਾਂ ਦੇ ਕੋਲੋਂ, ਮਾਪਿਆਂ ਕੋ ਵੀ ਹੋਈ ਆ, ਬੱਚਿਆਂ ਕੋ ਵੀ ਹੋਈ ਆ, ਪਰ ਮਤਲਬ ਇਹ ਨਹੀਂ ਆ ਵੀ ਆਪਾਂ ਉਹਨਾਂ ਨੂੰ ਮੁੜ ਜਿਹੜੀ ਆ ਮੇਨ ਧਾਰਾ ਦੇ ਵਿੱਚ ਆਪਾਂ ਵਾਪਸ ਜਿਹੜੀ ਮੁੱਖ ਧਾਰਾ ਦੇ ਵਿੱਚ ਨਹੀਂ ਲੈ ਕੇ ਆਉਣਾ ਵੀ ਉਹਨਾਂ ਨੂੰ ਤੁਸੀਂ ਨਿਗਲੈਕਟ ਹੀ ਜਿਹੜਾ ਉਹ ਕਰ ਦਿਓ, ਵੀ ਉਹਨਾਂ ਨੂੰ ਇੱਕ ਪਾਸੇ ਜਿਹੜਾ ਛੱਡ ਦਿਓ ਵੀ ਜੋ ਹੁੰਦਾ ਹੋਵੇ ਤੇ ਸਾਨੂੰ ਕੀ ਆ, ਹਨਾ। ਵੀ ਜਦੋਂ ਫਿਰ ਆਪਣੇ ਘਰੇ ਆਉਣੀ ਆ ਫਿਰ ਤੁਸੀਂ ਥਾਂ ਥਾਂ ਜਾ ਕੇ ਸਾਰਿਆਂ ਨੇ ਝੋਲੀਆਂ ਅੱਡਣੀਆਂ, ਆ ਵੀ ਕਰਨਾ ਉਹ ਵੀ ਕਰਨਾ, ਵੀ ਭਾਈ ਕਰ ਦਿਓ ਮਦਦ, ਕਰ ਦਿਓ ਮਦਦ। ਤੇ ਜਦੋਂ ਤੁਸੀਂ ਨਹੀਂ ਕਦੀ ਕਿਸੇ ਦੀ ਕੀਤੀ ਤੇ ਉਹਨਾਂ ਨੇ ਵੀ ਕਹਿਣਾ ਵੀ ਅਸੀਂ ਵੀ ਕਿਉਂ ਕਿਸੇ ਦੀ ਕਰੀਏ। ਸੋ ਇਹ ਜਿਹੜੀ ਟੌਕਸਿਕ ਨੇਚਰ ਆ, ਇਸ ਨੂੰ ਹਟਾਓ, ਇੱਕ ਦੂਜੇ ਦੀ ਮਦਦ ਕਰੋ। ਜੇ ਅਨੋਨਿਮਸ ਰਹਿ ਕੇ ਕੋਈ ਹੈਲਪ ਕਰ ਸਕਦਾ, ਕੋਈ ਕਿਸੇ ਤਰੀਕੇ ਦੀ ਇਦਾਂ ਕਰ ਸਕਦਾ ਆ, ਪਲੀਜ਼ ਵੱਧ ਤੋਂ ਵੱਧ ਅੱਗੇ ਆਓ। ਆਪਣੇ ਇੰਡੀਵਿਜੂਅਲ ਲੈਵਲ ਤੇ ਕਰੋ, ਜ਼ਰੂਰੀ ਨਹੀਂ ਕੋਈ ਆਰਗੇਨਾਈਜੇਸ਼ਨ ਦੇਖਣੀ ਹੈ। ਰਾਜਕਨਵੀਰ ਸਿੰਘ ਜੀ, ਆਪਾਂ ਪਿੱਛੇ ਜੇ ਖਬਰ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਬੇਕਰਸਫੀਲਡ ਦੇ ਵਿੱਚ ਉੱਥੇ ਦਾ ਜਿਹੜਾ ਸਟੇਟ ਹਾਈਵੇ 58 ਤੇ ਕਾਟਨਵੁੱਡ ਏਰੀਆ 'ਚ ਇੱਕ ਪਾਰਕ ਆ, ਉੱਥੇ 6-7 ਕਹਿੰਦੇ ਵੀ ਪੰਜਾਬੀ, ਉਹਨਾਂ 'ਚ 1-2 ਕੁੜੀਆਂ ਵੀ ਸੀ, ਮੁੰਡੇ, ਉਹ ਹੋਮਲੈਸ ਇੱਕ ਪਾਰਕ 'ਚ ਰਹਿੰਦੇ ਆ। ਤੇ ਇੱਕ ਦਾ ਪਿੱਛੇ ਕਤਲ ਵੀ ਹੋਇਆ ਸੀ, 25 ਸਾਲਾਂ ਦਾ, ਚਾਕੂ ਮਾਰ ਦਿੱਤਾ ਗਿਆ ਸੀ। ਸੋ ਕੋਈ ਨਾ ਕੋਈ ਆਪਣੇ ਇੱਕ ਇੰਡੀਵਿਜੂਅਲ ਲੈਵਲ ਤੇ ਵੀ ਹੈਲਪ ਕਰ ਸਕਦੇ ਆ। ਆਪਣੇ ਬੰਦਿਆਂ ਦੇ ਬਿਜ਼ਨਸ ਬੜੇ ਆ, ਕਈ ਵਾਰੀ ਕਿਸੇ ਨੂੰ ਜੌਬ ਦੀ ਜ਼ਰੂਰਤ ਹੁੰਦੀ ਆ, ਉੱਥੇ ਤੁਸੀਂ ਹੈਲਪ ਕਰ ਸਕਦੇ ਆ। ਦੁਨੀਆ 'ਚ ਤਾਂ ਆਪਾਂ ਸਾਰਿਆਂ ਨੂੰ ਲੰਗਰ ਵੰਡਣ ਤੁਰੇ ਆ, ਪਰ ਆਪਣੀ ਕਮਿਊਨਿਟੀ ਦਾ ਵੀ ਧਿਆਨ ਰੱਖੋ। ਜੀ ਬਿਲਕੁਲ। ਇੱਧਰ ਧਿਆਨ ਨਹੀਂ ਦੇਵਾਂਗੇ ਤਾਂ ਕਹਿ ਲਓ ਵੀ ਹੱਥ 'ਚੋਂ ਰੇਤਾ ਜਦੋਂ ਗਿਰ ਜਾਂਦਾ ਆ ਤਾਂ ਫਿਰ ਬੰਦਾ ਰੋਂਦਾ ਰਹਿੰਦਾ, ਸਿਰਾਂ ਨੂੰ ਹੱਥ ਮਾਰਦੇ ਆ ਵੀ ਆਹ ਕੀ ਹੋ ਗਿਆ, ਉਹ ਬੱਲੇ ਆਹ ਕਰਨਾ ਸੀ, ਉਹ ਕਰਨਾ ਸੀ, ਇਹ ਹੈ ਉਹ ਹੈ। ਭਾਈ ਧਿਆਨ ਦੇ ਨਾਲ ਬਚ ਕੇ ਸਾਂਭ ਕੇ ਇੱਕ ਦੂਜੇ ਦੇ ਮਦਦਗਾਰ ਜਿਹੜੇ ਬਣੋ, ਪਰਦਾ ਕੱਢੋ। ਇਹ ਨਹੀਂ ਹੈ, ਜ਼ਰੂਰੀ ਨਹੀਂ ਹੁੰਦਾ ਵੀ ਹਰ ਇੱਕ ਦੀ ਜਿਹੜੀ ਗੱਲ ਆ ਸਾਰੀ ਜਗ੍ਹਾ ਤੱਕ ਤੁਸੀਂ ਜਿਹੜੀ ਆ ਉਹ ਕਹਿਣੀ ਆ ਵੀ ਉੱਥੇ ਜਾ ਕੇ ਵੀ ਦੱਸਤਾ ਉਹਦਾ ਨਿਆਣਾ ਇੱਦਾਂ, ਉਹਦਾ ਨਿਆਣਾ ਇੱਦਾਂ। ਪਰ ਇਹ ਸ਼ੀਸ਼ਾ ਦਿਖਾਉਣਾ ਜ਼ਰੂਰੀ ਹੁੰਦਾ ਕਿਸੇ ਸਮੇਂ ਦੇ ਉੱਤੇ। ਪਰ ਜੇ ਆਪਾਂ ਇਸ ਤੋਂ ਸਬਕ ਜਿਹੜਾ ਉਹ ਲੈ ਸਕੀਏ ਤੇ ਇੱਕ ਦੂਜੇ ਦੀ ਮਦਦ ਕਰੋ। ਜਿੰਨੀ ਹੈਲਪ ਤੁਸੀਂ ਇੱਕ ਦੂਜੇ ਦੀ ਕਰੋਗੇ, ਉਹਨਾਂ ਨੂੰ ਜਿੰਨੀ ਮਦਦ ਕਰ ਸਕਦੇ ਹੋ। ਆਪਣੇ ਬਹੁਤ ਸਾਰੇ ਪ੍ਰੋਫੈਸ਼ਨ, ਇਸ ਪ੍ਰੋਫੈਸ਼ਨ ਡਾਕਟਰੀ ਪੇਸ਼ੇ ਦੇ ਵਿੱਚ ਹੈਗੇ ਆ, ਉਹਨਾਂ ਦੇ ਨਾਲ ਮਿਲ ਕੇ ਜਿਹੜੇ ਤੁਹਾਡੇ ਇਲਾਕੇ ਦੇ ਵਿੱਚ ਹੈਗੇ ਕੁਛ ਅਜਿਹੇ ਜਿਹੜੇ ਬੰਦੇ ਹੈਗੇ ਜਿਹੜੇ ਇਸ ਪ੍ਰੋਫੈਸ਼ਨ 'ਚ ਆ, ਉਹਨਾਂ ਦੇ ਨਾਲ ਮਿਲ ਕੇ ਕੋਈ ਟਾਊਨ ਹਾਲ ਮੀਟਿੰਗ ਜਾਂ ਕੋਈ ਤੁਸੀਂ ਦੇਖ ਲਓ ਵੀ ਕਾਉਂਸਲਿੰਗ ਸੈਸ਼ਨ, ਜ਼ਰੂਰੀ ਨਹੀਂ ਗੁਰੂ ਘਰ 'ਚ ਕਰਨਾ, ਬਾਹਰ ਕਰ ਲਓ, ਕਿਤੇ ਹੋਰ ਥਾਵਾਂ ਦੇ ਉੱਤੇ ਜਿਹੜਾ ਉਹ ਕਰ ਲਓ। ਇੱਕ ਦੂਜੇ ਦੀ ਮਦਦ ਕਰੋ।
ਐਨੋਨਿਮਸ ਰਹਿ ਕੇ ਕਰਨਾ ਆ। ਜਿੱਦਾਂ ਇੱਥੇ ਇਹ ਕਲੱਬ ਹੁੰਦਾ ਨਾ ਹਰਜੋਤ ਸਿੰਘ ਜੀ, ਐਨੋਨਿਮਸ ਅਲਕੋਹਲਿਕਸ ਜਿਹੜੇ ਹੁੰਦੇ ਆ ਉਹ ਜਾਂਦੇ ਨੇ ਇੱਕ ਦੂਜੇ ਦੇ ਨਾਲ ਉੱਥੇ ਗੱਲ ਕਰਦੇ ਨੇ ਤੇ ਇਸ ਦੇ ਵਿੱਚੋਂ ਬਾਹਰ ਨਿਕਲਣ ਦੀ ਜਿਹੜੀ ਕੋਸ਼ਿਸ਼ ਕਰਦੇ ਨੇ। ਇਹ ਬਹੁਤ ਵੱਡੀ ਇਸ ਟਾਈਮ ਜ਼ਰੂਰਤ ਹੈਗੀ, ਕਿਉਂਕਿ ਆਉਣ ਵਾਲੇ ਸਮੇਂ 'ਚ ਆਪਾਂ ਇਹ ਨਾ ਸੋਚਦੇ ਰਹੀਏ ਵੀ ਨਹੀਂ ਜੀ ਆਪਣੇ ਨਾਲ ਇੱਦਾਂ ਦੀ ਕਦੀ ਚੀਜ਼ ਜਿਹੜੀ ਹੋ ਨਹੀਂ ਸਕਦੀ, ਇਹ ਹੋ ਰਹੀ ਆ। ਇਹ ਤੋਂ ਜ਼ਿਆਦਾ ਜਿਹੜਾ ਵੱਧ ਤੋਂ ਬੱਤਰ ਨਾ ਹਾਲਾਤ ਹੋ ਜਾਣ, ਇਸ ਤੋਂ ਪਹਿਲਾਂ ਆਪਣੇ ਆਪ ਨੂੰ ਜਿਹੜਾ ਉਹ ਸਾਂਭ ਲੈਣਾ ਚਾਹੀਦਾ ਆ। ਕਾਉਂਸਲਿੰਗ ਦੀ ਜਿੱਥੇ ਜ਼ਰੂਰਤ ਆ ਉੱਥੇ ਕਾਉਂਸਲਿੰਗ ਕਰੋ, ਜਿੱਥੇ ਇੱਦਾਂ ਦੇ ਇਕੱਠੇ ਹੋ ਕੇ ਗਰੁੱਪ ਐਫਰਟ ਦੀ ਚਾਹੀਦਾ ਉੱਥੇ ਗਰੁੱਪ ਐਫਰਟ ਕਰੋ, ਜਿੱਥੇ ਇੰਡੀਵਿਜੂਅਲ ਐਫਰਟ ਚਾਹੀਦਾ ਉਹ ਕਰੋ। ਪਰ ਜਿਹੜੇ ਇਹ ਪ੍ਰੇਰਨਾ ਜ਼ਰੂਰ ਰੱਖੋ, ਪ੍ਰੇਰਨਾ ਸਰੋਤ ਬਣੋ ਇੱਕ ਦੂਜੇ ਦੇ ਲਈ, ਤਾਂ ਜੋ ਇਹੋ ਜਿਹੀਆਂ ਚੀਜ਼ਾਂ ਤੋਂ ਆਪਾਂ ਬਚ ਸਕੀਏ, ਨਾ ਕਿ ਆਪਣੀ ਕਮਿਊਨਿਟੀ ਜਿਹੜੀ ਆ ਉਹ ਹੋਰ ਜਿਹੜੀ ਵੱਧ ਤੋਂ ਬੱਤਰ ਹਾਲਾਤ ਹੁੰਦੇ ਜਾਣ। ਆਪਾਂ ਇੱਥੇ ਜਿਹੜੇ ਨੇਟਿਵ ਇੰਡੀਅਨਸ ਦੀ ਗੱਲ ਕਰਦੇ ਹਾਂ, ਉਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਟਰਾਈਬਾਂ ਆ ਉਹ 70-75% ਨਸ਼ਿਆਂ ਦੇ ਉੱਤੇ ਲੱਗ ਗਈਆਂ। ਉਹਨਾਂ ਦਾ ਕੁਛ ਨਹੀਂ ਬਚਿਆ, ਨਾ ਨਿਆਣੇ ਉਹਨਾਂ ਦੇ ਪੜ੍ਹੇ ਤੇ ਨਾ ਜਿਹੜੇ ਆ ਉਹ ਕੁਛ ਅੱਗੇ ਵੱਧ ਸਕੇ, ਨਾ ਆਪਣੀ ਉਹ ਕਮਿਊਨਿਟੀ ਨੂੰ ਅੱਗੇ ਚੱਕ ਸਕੇ, ਤੇ ਉਹ ਫਿਰ ਇੱਦਾਂ ਜਿਹੜੇ ਨਸ਼ਿਆਂ ਦੇ ਵਿੱਚ ਰੁਲਦੇ ਜਾ ਰਹੇ ਨੇ। ਕਈਆਂ ਦੀ ਤੇ ਹਰਜੋਤ ਸਿੰਘ ਜੀ ਟਰਾਈਬ ਦੀ ਲਾਈਫ ਐਕਸਪੈਕਟੈਂਸੀ 50 ਤੋਂ 60 ਸਾਲ ਤੇ ਆ ਗਈ ਆ, ਜੇ ਨਹੀਂ ਤਾਂ ਅੱਜ ਦੇ ਯੁੱਗ ਦੇ ਵਿੱਚ ਹਰ ਇੱਕ ਜਣਾ 70, 80, 90 ਤੱਕ ਜਿਹੜਾ ਉਹ ਜਾ ਰਿਹਾ ਆ। ਤੇ ਇਹਨਾਂ ਦੀ ਲਗਾਤਾਰ ਉਹਨਾਂ ਟਰਾਈਬ ਦੀ ਕਮਿਊਨਿਟੀ ਦੀ ਜਿਹੜੀ ਲਾਈਫ ਐਕਸਪੈਕਟੈਂਸੀ ਆ ਵੀ ਵੱਧ ਤੋਂ ਵੱਧ ਉਮਰ ਜੀਣ ਦਾ ਜਿਹੜਾ ਆ ਉਹ ਆંકੜਾ ਲਗਾਤਾਰ ਥੱਲੇ ਨੂੰ ਆ ਰਿਹਾ ਆ। ਉਹਨਾਂ ਵਾਂਗੂ ਹੀ ਕਿਤੇ ਆਪਾਂ ਇਤਿਹਾਸ ਦੇ ਪੰਨਿਆਂ ਦੇ ਵਿੱਚ ਹੀ ਨਾ ਰਹਿ ਜਾਈਏ। ਇਸ ਤੋਂ ਪਹਿਲਾਂ ਕੁਛ ਕਰ ਲਓ, ਸਾਂਭ ਲਓ, ਬਚ ਲਓ ਜੀ। ਸੋ ਬਿਲਕੁਲ ਇਸੇ ਤਰ੍ਹਾਂ ਕਹਿੰਦੇ ਨਿਊ ਜਰਸੀ ਦੇ ਵਿੱਚ ਵੀ 27 ਦੇ ਕਰੀਬ ਜਿਹੜੇ ਗੈਂਗ ਮੈਂਬਰਸ ਹੈਗੇ ਆ ਜਿਹੜੇ ਓਪਨਲੀ ਡਰੱਗ ਵੇਚਦੇ ਸੀ ਨਿਊ ਜਰਸੀ ਏਰੀਆ ਦੇ ਵਿੱਚ, ਇਹ ਅਰੈਸਟ ਕੀਤੇ ਗਏ ਹੈਗੇ ਆ। ਇਹ ਜਿਹੜੀ ਆ US ਬਿਊਰੋ ਆਫ ਅਲਕੋਹਲ, ਟੋਬੈਕੋ ਤੇ ਫਾਇਰ ਆਰਮਸ ਵੱਲੋਂ ਜਿਹੜੀ ਆ US ਅਟਾਰਨੀ ਦੇ ਆਫਿਸ ਵਿੱਚ ਇਹ ਦੱਸਿਆ ਗਿਆ ਆ ਵੀ ਕਿਸ ਤਰ੍ਹਾਂ ਜਿਹੜੀ ਓਪਨਲੀ ਇਹ ਜਿਹੜੀ ਡਰੱਗ ਵੇਚ ਰਹੇ ਸੀ। ਤੇ ਆਪਾਂ ਇਹ ਤੋਂ ਅਗਲੀ ਖਬਰ ਵੱਲ ਚੱਲੀਏ ਜੀ ਖਬਰ ਵੱਲ ਜਾਂਦੇ ਆਪਣੇ ਨਾਲ ਇੱਕ ਕਾਲਰ ਜਿਹੜੇ ਜੁੜੇ ਨੇ, ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਨਾ ਚਾਹੁੰਦੇ ਨੇ। ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ। ਆਇਆਂ ਨੂੰ ਜੀ। ਜੀ ਮੈਨੂੰ ਲੱਗਦਾ ਲਾਈਨ ਉਹਨਾਂ ਦੀ ਜਿਹੜੀ ਡਰੋਪ ਹੋ ਗਈ ਆ। ਤੇ ਕੋਈ ਨਹੀਂ, ਜੇ ਤੁਸੀਂ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਤਾਂ ਕਾਲ 408-272-52 ਤੇ ਜਿਹੜੀ ਕਰ ਸਕਦੇ ਹੋ। ਸਮਾਂ ਆਪਣੇ ਕੋਲ ਵੈਸੇ ਉੱਦਾਂ ਹੁਣ ਘੱਟ ਹੈਗਾ, ਪਰ ਫਿਰ ਵੀ ਜਿਹੜੀ ਆਪਾਂ ਟਰਾਈ ਕਰਾਂਗੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਕਰਦੇ ਹਾਂ, ਇੱਕ ਜਿਹੜੀ ਟੈਨਸੀ ਤੋਂ ਜਿਹੜੀ ਆ ਰਹੀ ਹੈ, ਬੜੀ ਹੀ ਦਰਦਨਾਕ ਖਬਰ ਆ ਰਹੀ ਹੈ। ਇੱਕ 33 ਸਾਲਾਂ ਦਾ ਜਿਹੜਾ ਡਰਾਈਵਰ ਵਿਲੀਅਮ ਡੇਵਿਡ ਫਿਲਿਪ ਨਾਂ ਦਾ ਜਿਹੜਾ ਇਹ ਬੰਦਾ ਆ, ਉਸ ਨੇ ਆਪਣੀ ਗੱਡੀ ਦੇ ਨਾਲ ਇੱਕ ਗਰਭਵਤੀ ਔਰਤ ਤੇ ਉਸ ਦੇ 2 ਸਾਲ ਦੇ ਬੱਚੇ ਨੂੰ ਕੁਚਲ ਕੇ ਜਿਹੜਾ ਉਹ ਮਾਰ ਦਿੱਤਾ। ਇਸ ਤੋਂ ਪਹਿਲਾਂ ਇਸ ਨੇ ਇਹ ਕਰਤੂਤ ਜਿਹੜਾ ਕੀਤੀ। ਉਸ ਤੋਂ ਪਹਿਲਾਂ 61 ਸਾਲਾਂ ਦੇ ਟਿਲਮੈਨ ਹੰਟਰ ਨੂੰ ਉਸ ਨੇ ਇਸ ਤੋਂ ਪਹਿਲਾਂ 1 ਮੀਲ ਪਹਿਲਾਂ ਉਸ ਨੂੰ ਵੀ ਆਪਣੀ ਗੱਡੀ ਦੇ ਨਾਲ ਜਿਹੜਾ ਉਹ ਟੱਕਰ ਉਹ ਮਾਰੀ ਸੀਗੀ। 30 ਸਾਲਾਂ ਦੀ ਸਿਆਰਾ ਵਿਲਸਨ ਕਹੂਨ ਤੇ ਉਸ ਦਾ ਜਿਹੜਾ ਬੱਚਾ 2 ਸਾਲਾਂ ਦਾ ਮੁੰਡਾ ਨੋਲਨ ਕਹੂਨ, ਉਸ ਨੂੰ ਇਸ ਨੇ ਗੱਡੀ ਦੇ ਥੱਲੇ ਦੇ ਕੇ ਮਾਰ ਦਿੱਤਾ। ਨੌਕਸਵਿਲ ਦੇ ਇਰਦ ਗਿਰਦ ਘਟਨਾ ਜਿਹੜੀ ਉੱਧਰ ਵਾਪਰੀ ਆ ਟੈਨਸੀ ਦੇ ਵਿੱਚ, ਤੇ ਉਸ ਨੂੰ ਹੁਣ ਵੈਸੇ ਪੁਲਿਸ ਨੇ ਗ੍ਰਿਫਤਾਰ ਤਾਂ ਜਿਹੜਾ ਉਹ ਕਰ ਲਿਆ ਆ। ਕਹਿੰਦੇ ਵੀ ਜਿਹੜਾ ਇਹਨੇ ਮਾਰਿਆ ਉਹਨੂੰ ਪਤਾ ਤਾਂ ਨਹੀਂ ਸੀਗਾ ਵੀ ਇਹ ਕੌਣ ਨੇ, ਪਰ ਨਸ਼ੇ ਦੇ ਵਿੱਚ ਜਿਹੜਾ ਉਹ ਦੱਸਿਆ ਜਾ ਰਿਹਾ ਸੀਗਾ। ਤੇ ਇਸ ਦੇ ਉੱਤੇ ਹੁਣ ਜਿਹੜੇ 2 ਫਸਟ ਡਿਗਰੀ ਮਰਡਰ ਚਾਰਜਿਸ ਤੇ ਇੱਕ ਅਟੈਂਪਟਡ ਫਸਟ ਡਿਗਰੀ ਮਰਡਰ ਦਾ ਜਿਹੜਾ ਚਾਰਜ ਆ ਉਹ ਲਾ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ ਜੀ। ਤੇ ਅਗਲੀ ਖਬਰ ਵੱਲ ਚਲੀਏ। ਕਹਿੰਦੇ ਪਈ ਫਸਟ ਟਾਈਮ USA ਦੇ ਵਿੱਚ ਇੱਕ ਨੇਟਿਵ ਅਮਰੀਕਨ ਜਿਹੜੀ ਆ US ਦੀ ਪੋਇਟ ਲੋਰੇਟ ਉਹ ਬਣੀ ਹੈਗੀ ਆ, ਜੋਏ ਹਾਰਹੋ ਜਿਹਦਾ ਨਾਮ ਦੱਸਿਆ ਗਿਆ। ਪੋਇਟ ਵੀ ਆ, ਰਾਈਟਰ ਵੀ ਆ ਤੇ ਮਜੀਸ਼ੀਅਨ ਵੀ ਹੈਗੀ ਆ। ਮੈਂਬਰ ਹੈਗੀ ਆ ਉਹ ਮਸਕੋਗੀ ਕ੍ਰੀਕ ਨੇਸ਼ਨ, ਨੇਟਿਵ ਅਮਰੀਕਨ ਉਹ ਸਟੋਰੀਜ਼, ਲੈਂਗੁਏਜ ਤੇ ਮਿਥ ਇਹਦੇ ਉੱਤੇ ਵਰਕਆਊਟ ਕਰਦੀ ਆ। ਸੋ ਇੱਕ ਬਹੁਤ ਵਧੀਆ ਗੱਲ ਹੋਈ ਆ। 68 ਸਾਲਾਂ ਦੀ ਜਿਹੜੀ ਹੈਗੀ ਆ। ਆਪਾਂ ਹੁਣੇ ਨੇਟਿਵ ਅਮਰੀਕਨ ਦੀ ਗੱਲ ਕਰਦੇ ਸੀ, ਕਿਸ ਤਰ੍ਹਾਂ ਅਮਰੀਕਾ ਤੇ ਕੈਨੇਡਾ ਦੇ ਵਿੱਚ ਇਹਨਾਂ ਨੂੰ ਖਤਮ ਕਰਨ ਦੀ ਟਰਾਈ ਕਰ ਰਿਹਾ। ਤੁਸੀਂ ਦੱਸ ਰਹੇ ਸੀ ਏਜ 50 ਤੋਂ 60, ਮੈਂ ਦੇਖ ਰਿਹਾ ਸੀ ਕਈ ਜਗ੍ਹਾ ਕਹਿੰਦੇ ਵੀ 40 ਤੋਂ 50 ਸਾਲ ਦੇ ਵਿੱਚ ਹੀ ਆ। ਤੇ ਉਹਨਾਂ ਦੀ ਕਹਿੰਦੇ ਵੀ 80 ਤੋਂ 90% ਜਿਹੜੇ ਸਕੂਲ ਡ੍ਰੌਪ ਆਊਟ ਰੇਸ਼ੋ ਹੈਗੀ ਆ। ਸੋ ਆਮ ਤੁਸੀਂ ਕਿਉਂਕਿ ਉਹਨਾਂ ਨੂੰ
ਇੱਕ ਤਰ੍ਹਾਂ ਦੇ ਨਾਲ ਉਹਨਾਂ ਦੇ ਵੈਲ ਪਲਾਨਡ ਉਹਨਾਂ ਦਾ ਜਿਹੜਾ ਜੈਨੋਸਾਈਡ ਆ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ। ਸੋ ਉਹਨਾਂ ਨੂੰ ਇੰਡੀਪੈਂਡੈਂਟ ਏਰੀਆ ਦੇ ਕੇ ਤੇ ਉੱਥੇ ਜੀ ਕਹਿੰਦੇ ਰਿਜ਼ਰਵੇਸ਼ਨ ਦੇ ਕੇ ਗੈਂਬਲਿੰਗ ਖੋਲ ਦਿਓ ਤੇ ਆਰਾਮ ਨਾਲ ਉਹ ਸ਼ਰਾਬ ਪੀ ਜਾਣ, ਟੈਕਸ ਉਹਨਾਂ ਤੋਂ ਲੈਣਾ ਨਹੀਂ ਤੇ ਫਿਰ ਉਹਨਾਂ ਨੂੰ ਜੋ ਕੁਝ ਵੀ ਬਣਦਾ ਉਹਦੇ ਵਿੱਚ ਇੱਕ ਦੂਜੇ ਦੇ ਵਿੱਚ ਵੰਡੀ ਜਾਣ, ਸ਼ਰਾਬਾਂ ਪੀ ਜਾਣ ਤੇ ਨਸ਼ੇ ਜਿਹੜੇ ਉਹ ਕਰੀ ਜਾਣ। ਉਹਨਾਂ ਦੀ ਸਹੂਲਤ ਲਈ ਜਿਹੜੇ ਨਸ਼ੀਲੇ ਪਦਾਰਥ ਦੇ ਜਿਹੜੇ ਸਟੋਰ ਆ ਉਹ ਕਾਫੀ ਜਿਹੜੇ ਲਾਗੇ ਖੋਲੇ ਹੁੰਦੇ ਆ। ਤੁਸੀਂ ਕਦੇ ਵੀ ਚਲੇ ਜਿਓ, ਜਿਹੜਾ ਕੋਈ ਪੌਸ਼ ਇਲਾਕਾ ਜਿਹਨੂੰ ਕਹਿੰਦੇ ਨਾ ਵੀ ਮਹਿੰਗਾ ਇਲਾਕਾ ਆ, ਉੱਥੇ ਤੁਸੀਂ ਲਿਕਰ ਸਟੋਰ ਦੀ ਸੰਖਿਆ ਦੇਖਿਓ ਤੇ ਜਿੱਥੇ ਕੋਈ ਨੇਬਰਹੁੱਡ ਅਜਿਹਾ ਆ ਜਿੱਥੇ ਕੋਈ ਮਾਈਨੋਰਟੀਜ਼ ਆ ਜਾਂ ਖਾਸ ਕਰਕੇ ਅਫਰੀਕਨ ਅਮਰੀਕਨਸ ਆ ਜਾਂ ਹੋਰ ਰਹਿੰਦੇ ਤੇ ਉੱਥੇ ਸਪੈਨਿਸ਼ ਆ, ਉੱਥੇ ਲਿਕਰ ਸਟੋਰ ਦੀਆਂ ਜਿਹੜੀ ਤਾਦਾਦ ਦੇਖਿਓ ਵੀ ਕਿੱਥੇ ਕਿੰਨਾ ਜ਼ਿਆਦਾ ਆ ਤੇ ਕਿੰਨਾ ਫਰਕ ਆ, ਕਿੰਨਾ ਆਸਾਨੀ ਦੇ ਨਾਲ ਉਹਨਾਂ ਨੂੰ ਜਿਹੜਾ ਨਸ਼ੇ ਦੇ ਲਾਗੇ ਜਿਹੜਾ ਉਹ ਕੀਤਾ ਜਾ ਰਿਹਾ ਆ। ਸੋ ਬੜਾ ਵੈਲ ਪਲੈਨਡ ਜਿਹੜਾ ਕੰਮ ਕੀਤਾ ਜਾ ਰਿਹਾ ਆ। ਸੋ ਇਹ ਅੱਜ ਉਹਨਾਂ ਦੇ ਉੱਤੇ ਆ, ਆਪਾਂ ਕਹਿੰਦੇ ਨਹੀਂ ਆ ਕੁਛ, ਆਪਾਂ ਚਲੋ ਬਿਜ਼ਨਸ ਉਹ ਸਾਰੇ ਜਾਣੇ ਉਹਨਾਂ ਬਿਜ਼ਨਸਾਂ ਦੇ ਨਾਲ ਸੰਬੰਧਿਤ ਆ। ਕੱਲ ਨੂੰ ਤੁਹਾਡੇ ਘਰਾਂ ਦੇ ਵਿੱਚ ਇਹ ਚੀਜ਼ ਆਉਣੀ ਆ, ਫਿਰ ਹਾਹਾਕਾਰ ਜਿਹੜੀ ਉਹ ਮਚਣੀ ਆ। ਜਿੱਥੋਂ ਨੱਸ ਕੇ ਆਏ ਹੋ, ਜਿੱਥੋਂ ਭੱਜ ਕੇ ਆਏ ਹੋ, ਇੱਧਰ ਨੂੰ ਆਏ ਹੋ ਇੱਥੇ ਚੰਗੇ ਜੀਵਨ ਦੇ ਲਈ, ਬਾਅਦ ਦੇ ਵਿੱਚ ਇੱਥੇ ਵੀ ਉਹੀ ਹਾਲਾਤ ਹੋ ਗਏ ਤੇ ਫਿਰ ਕਿਹੜੇ ਪਾਸੇ ਨੂੰ ਜਾਣਾ, ਹੋਰ ਅਮਰੀਕਾ ਤੋਂ ਉੱਤੇ ਕਿਹੜਾ ਮੁਲਕ ਤੁਸੀਂ ਜਿਹੜਾ ਫਿਰ ਲੱਭਣਾ ਆ। ਸੋ ਇਹ ਧਿਆਨ ਦਿਓ, ਅਕਲ ਨੂੰ ਹੱਥ ਮਾਰੋ ਸਾਰੇ ਜਾਣੇ ਵੀ ਕਿਸ ਪਾਸੇ ਵੱਲ ਨੂੰ ਕੰਮ ਜਿਹੜਾ ਉਹ ਵੱਧਦਾ ਜਾ ਰਿਹਾ ਆ ਜੀ। ਤੇ ਹਰਜੋਤ ਸਿੰਘ ਜੀ ਸਮਾਂ ਆਪਣਾ ਸਮਾਪਤ ਆ, ਪਰ ਉਸ ਤੋਂ ਪਹਿਲਾਂ ਇੱਕ ਮਾਰਕੀਟ ਤੋਂ ਕਹਿੰਦੇ ਆ ਵੀ ਮਾਰਕੀਟ ਦੇ ਲਈ ਇੱਕ ਚੰਗੀ ਖਬਰ ਜਿਹੜੀ ਆ ਰਹੀ ਆ। ਫੈਡਰਲ ਰਿਜ਼ਰਵ ਵਾਲੇ ਕਹਿੰਦੇ ਆ ਵੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇੰਟਰਸਟ ਰੇਟ ਆ ਉਹਨਾਂ ਦੇ ਵਿੱਚ ਕਟੌਤੀ ਕਰਨ ਜਿਹੜੀ ਉਹ ਜਾ ਰਹੇ ਆ। ਇਹ ਸਿਗਨਲ ਜਿਹੜੇ ਅਜਿਹੇ ਜਿਹੜੇ ਫੈਡਰਲ ਰਿਜ਼ਰਵ ਵੱਲੋਂ ਜਿਹੜੇ ਉਹ ਮਿਲੇ ਆ। ਪਿਛਲੇ ਕਈ ਸਮੇਂ ਤੋਂ ਲਗਾਤਾਰ ਇਹਨਾਂ ਨੇ ਇੰਟਰਸਟ ਰੇਟ ਦੇ ਵਿੱਚ ਵਾਧਾ ਹੀ ਜਿਹੜਾ ਆ ਉਹ ਕੀਤਾ ਆ ਤੇ ਜਿਸ ਦੇ ਚੱਲਦਿਆਂ ਜਿਹੜਾ ਹਰਜੋਤ ਸਿੰਘ ਜੀ ਕਾਫੀ ਜਿਹੜੇ ਮਾਰਕੀਟ ਦੇ ਵਿੱਚ ਉਛਾਲ ਜਿਹੜਾ ਆ ਉਹ ਦੇਖਿਆ ਜਾ ਰਿਹਾ ਆ। ਲਾਸਟ ਟਾਈਮ ਕਹਿੰਦੇ ਵੀ ਇਹ ਇੰਟਰਸਟ ਰੇਟ 2007 ਸਤੰਬਰ 2007 ਦੇ ਵਿੱਚ ਕੱਟ ਕੀਤੇ ਸੀਗੇ ਤੇ ਉਸ ਤੋਂ ਬਾਅਦ 'ਚ ਉੱਦਾਂ ਵੈਸੇ ਰਿਸੈਸ਼ਨ ਆਇਆ ਸੀ ਹਰਜੋਤ ਸਿੰਘ ਜੀ। ਸੋ ਹੋਪਫੁਲੀ ਇੱਦਾਂ ਦਾ ਕੰਮ ਜਿਹੜਾ ਆ ਹੁਣ ਨਾ ਕੋਈ ਹੋਵੇ, ਪਰ ਬੰਦੇ ਨੂੰ ਜਿਹੜਾ ਉਹ ਤਿਆਰ ਰਹਿਣਾ ਚਾਹੀਦਾ ਆ। ਸੋ ਇੰਟਰਸਟ ਰੇਟ ਜੇ ਘੱਟ ਹੁੰਦੇ ਇਹਦਾ ਮਤਲਬ ਘਰਾਂ ਦੀ ਵਿਕਰੀ ਦੇ ਉੱਤੇ ਜਿਹੜਾ ਆ ਉਹ ਗੁੱਡ ਅਸਰ ਜਿਹੜਾ ਉਹ ਪੈ ਸਕਦਾ। ਬਹੁਤੇ ਲੋਕ ਹੋਰ ਟਰਾਈ ਕਰ ਸਕਦੇ ਆ ਵੀ ਜਿਹੜੇ ਆ ਘਰ ਆ ਉਹ ਨਵੇਂ ਘਰ ਖਰੀਦਣਗੇ ਜੀ। ਜੇ ਬਿਜ਼ਨਸ ਦੀ ਗੱਲ ਕਰਦੇ ਜਾਈਏ, ਕਹਿੰਦੇ ਐਪਲ ਵਾਲੇ ਕਹਿੰਦੇ ਵੀ 15 ਤੋਂ 30% ਆਪਣੀ ਜਿਹੜੀ ਪ੍ਰੋਡਕਸ਼ਨ ਆ ਉਹ ਚਾਈਨਾ ਤੋਂ ਮੂਵ ਕਰਨ ਦੀ ਸੋਚ ਰਹੇ ਆ। ਇਹ ਨਹੀਂ ਵੀ ਉਹ ਅਮਰੀਕਾ ਨੂੰ ਆਉਣਗੇ, ਪਰ ਹੋ ਸਕਦਾ ਕਹਿੰਦੇ ਵੀ ਕਿਸੇ ਹੋਰ ਮੁਲਕ ਦੇ ਵਿੱਚ ਉਹ ਜਾ ਰਹੇ ਆ। ਐਜ਼ ਆਫ ਟੂਡੇ 10,000 ਜਿਹੜੇ EMPLOYEE ਹੈਗੇ ਆ ਐਪਲ ਦੇ ਲਈ ਕੰਮ ਕਰਦੇ ਆ, ਜਿਹੜੀ ਐਪਲ ਦੀ ਉੱਥੇ ਪ੍ਰੋਡਕਸ਼ਨ ਹੁੰਦੀ ਆ। ਸੋ ਇਹ ਨਹੀਂ ਪਤਾ ਵੀ ਹੁਣ ਕਿੰਨੀਆਂ ਕੁ ਜੌਬਾਂ ਨੂੰ ਜਿਹੜਾ ਹੈ ਚਾਈਨਾ ਦੇ ਵਿੱਚ ਅਸਰ ਪਊਗਾ। ਇਹ ਸਾਰਾ ਕੁਝ ਜਿਹੜਾ ਟੈਰਿਫ ਲੱਗਿਆ ਹੈ ਉਹਦੇ ਕਰਕੇ ਹੋ ਰਿਹਾ ਹੈ ਜੀ। ਬਿਲਕੁਲ। ਸੋ ਇੱਕ ਦਿਨ ਪਹਿਲਾਂ ਜਿਹੜਾ ਉਹਨਾਂ ਨੇ ਦੇਖਦੇ ਆ ਵੀ ਕੀ ਕੱਲ ਨੂੰ ਉਹਨਾਂ ਨੇ ਅਨਾਉਂਸ ਕਰਨਾ ਹੈ ਫੈਡਰਲ ਰਿਜ਼ਰਵ ਵਾਲਿਆਂ ਨੇ ਇੰਟਰਸਟ ਰੇਟ ਨੂੰ। ਇਸ਼ਾਰੇ ਇਦਾਂ ਦੇ ਮਿਲ ਰਹੇ ਆ ਵੀ ਉਹ ਘਟਾ ਸਕਦੇ ਆ। ਰਾਸ਼ਟਰਪਤੀ ਟਰੰਪ ਨੇ ਵੀ ਕਿਹਾ ਵੀ ਲੈਟਸ ਸੀ ਵਾਟ ਹੀ ਡਸ, ਵੀ ਉਹ ਕਰਦੇ ਕੀ ਆ। ਜੈਰੋਮ ਪਾਵਲ ਇਸ ਟਾਈਮ ਫੈਡਰਲ ਰਿਜ਼ਰਵ ਦੇ ਜਿਹੜੇ ਉਹ ਚੇਅਰਮੈਨ ਹੈਗੇ ਨੇ। ਪਿਛਲੇ ਸਾਲ ਦੇ ਵਿੱਚ ਵੀ ਕਈ ਵਾਰੀ ਜਿਹੜਾ ਇੰਟਰਸਟ ਰੇਟ ਆ ਉਸ ਦੇ ਵਿੱਚ ਵਾਧਾ ਜਿਹੜਾ ਕੀਤਾ ਗਿਆ ਸੀਗਾ। ਇਸ ਵਾਰ ਇਸ਼ਾਰਾ ਇਸ ਵਾਲੇ ਆ, ਪੱਕਾ ਨਹੀਂ ਆ ਕਹਿ ਸਕਦੇ ਵੀ ਕੀ ਹੋਊਗਾ, ਪਰ ਕੱਲ ਦੀ ਮਾਰਕੀਟ ਦੇ ਉੱਤੇ ਫਿਰ ਇਸ ਦਾ ਕਾਫੀ ਜ਼ਿਆਦਾ ਅਸਰ ਜਿਹੜਾ ਆਟੋਮੈਟਿਕਲੀ ਹੁੰਦਾ ਆ ਜੀ। ਤੇ ਹੁਣ ਜਿਹੜਾ ਹਰਜੋਤ ਸਿੰਘ ਜੀ ਆਪਾਂ ਲੈਂਦੇ ਆ ਇਜਾਜ਼ਤ ਆਪਣੇ ਸਰੋਤਿਆਂ ਤੋਂ। ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਖਿਆਲ ਦੇ ਸੁਣਦੇ ਰਹੋ ਪੰਜਾਬੀ ਰੇਡੀਓ USA। ਪ੍ਰੀਤ ਇੰਡੀਆ ਮਾਰਕੀਟ ਆਪਣੀ ਪਹਿਲੀ ਐਨਵਰਸਰੀ ਤੇ ਦੇ ਰਹੇ ਹਨ ਖਾਸ ਆਫਰ, ਜਿੱਥੋਂ ਤੁਸੀਂ ਲੈ ਸਕਦੇ ਹੋ ਇੰਡੀਅਨ ਫਿਜ਼ੀਅਨ ਅਤੇ ਪਾਕਿਸਤਾਨੀ ਗਰੋਸਰੀ, ਆਟਾ ਦਾਲਾਂ ਅਤੇ ਚੌਲਾਂ ਤੇ ਲੱਗ ਚੁੱਕੀ ਹੈ ਭਾਰੀ ਸੇਲ। ਇੰਡੀਆ ਟੀ ਸਿਰਫ ਹੀ 599 ਵਿੱਚ ਅਤੇ ਚੱਕੀ ਆਟਾ ਸਿਰਫ ਹੀ 999 ਦੇ ਵਿੱਚ। ਹਰ ਇੱਕ ਤਰ੍ਹਾਂ ਦੇ ਆਰਗੈਨਿਕ ਦਾਲਾਂ ਅਤੇ ਮਸਾਲੇ ਖਰੀਦ ਸਕਦੇ ਹੋ ਅਤੇ ਲੈ ਸਕਦੇ ਹੋ ਸ਼ੂਗਰ ਫ੍ਰੀ ਆਟਾ ਅਤੇ ਚੌਲ। ਵਿਆਹ ਤੇ ਜਾਗੋ ਦਾ ਸਮਾਨ ਮਿਲਦਾ ਹੈ ਅਤੇ ਫੋਲਡਿੰਗ ਬੈੱਡ ਵੀ ਖਰੀਦ ਸਕਦੇ ਹੋ। ਗੁਰਦੁਆਰਾ ਸਾਹਿਬ ਦੀ ਗਰੋਸਰੀ ਕਰਨ ਤੇ 10% ਦਾ ਡਿਸਕਾਊਂਟ ਲਓ। ਜੇਕਰ ਤੁਸੀਂ ਫੋਨ ਤੇ $100 ਦੀ ਗਰੋਸਰੀ ਖਰੀਦਦੇ ਹੋ ਤਾਂ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। ਫਰੈਸ਼ ਇੰਡੀਅਨ ਫੂਡ ਫੋਨ ਤੇ ਆਰਡਰ ਕਰ ਸਕਦੇ ਹੋ ਅਤੇ ਹੋਮ ਡਿਲੀਵਰੀ ਬਿਲਕੁਲ ਫ੍ਰੀ ਕੀਤੀ ਜਾਵੇਗੀ। $100 ਦੀ ਗਰੋਸਰੀ ਲੈਣ ਤੇ 5% ਦਾ ਡਿਸਕਾਊਂਟ। ਅੱਜ ਹੀ ਕਾਲ ਕਰੋ ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ ਸਵੀਟ 150 ਐਲਕ ਗਰੋਵ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9167146717 916 714 6717।